दसां गुरां दा ਇਹ ਸਰੂਪ ਜਾਣੋ, नाल हत्थां दे लिखी महाराज बाणी। नुकता दुई दवैत दा नहीं पाया, हर एक वास्ते है सिरताज बाणी। ओ जीदा जी करदा मत्था टेक जांदा, करदी किसे नू नहीं निराज बाणी। धन्ने वांगरा रखिए सिदक पूरा, धन्ने वांग सवार दी काज बाणी। धन्ने वांग सवार दी काज बाणी। जदों दी दूर होई तैथों ने माणी चैन पाया नहीं। एती मार पैंदी तो कि तैनू दर्द आया नहीं। जुदाइयां डालती जिंदड़ी है मेना सृष्ट तेरी दा, जलवा जिंद चाहुंदी है गुरु जी दृष्ट तेरी दा। न जाना दूर कीता तू है साडियां हरकतां करके, असीं तां सैब जिउंदे हां जी तेरियां बरकतां करके। थक्की मार के हाकां के मोगा रिश्त तेरी दा, जलवा जिंद चाहुंदी है गुरु जी दृष्ट तेरी दा। मरदा रोपती जांदी ओ जे ना बौड़दा प्यारे, जिवें पिलनी तारी उवें आ दौड़दा प्यारे। बड़ा रंग राम ते चढ़िया कथा वशिष्ठ तेरी दा, बड़ा रंग राम ते चढ़िया कथा वशिष्ठ तेरी दा। जलवा जिंद चाहुंदी है गुरु जी दृष्ट तेरी दा। बिना दी तार ढिल्ली है ओ तुम्बा खड़कदा क्यों नहीं। छुटता तनश क्यों अर्जुन मदन ने भड़कदा क्यों नहीं। हुआ सब खा गया अकला बुद्धि तारिष्ट तेरी दा, जलवा जिंद चाहुंदी है गुरु जी दृष्ट तेरी दा। निभा दे तोड़ लगियां नू भुले क्यों सुखन प्यारा दा। मैं तां सोहणिया सुनिया, मैं तां प्रीतमा सुनिया, तू पक्का यार यारां दा। अनपढ़ सार की जाना कि नंबर लिस्ट तेरी दा। ओ अनपढ़ सार की जाना कि नंबर लिस्ट तेरी दा। जलवा जिंद चाहुंदी है गुरु जी दृष्ट तेरी दा। आजा सोहणिया आजा तड़फ दी जान दे बदले, अपने बिरद दे बदले, धर्मी अमान दे बदले। अनपढ़ सार की जाना कि नंबर लिस्ट तेरी दा, जलवा जिंद चाहुंदी है गुरु जी दृष्ट तेरी दा। चली बावरी होई है ओ जिंदड़ी चैन लैंदी नहीं, जिन्ना चिर हरी नहीं मिलदा ओ मीरा टिक के बहिंदी नहीं। तमांदी रासदा करजा फिकर है किस्त तेरी दा, जलवा जिंद चाहुंदी है गुरु जी दृष्ट तेरी दा। कोई टब जोर चलदा नहीं मेरे विच अकलां वी कम ने, खा ले लोड़ कर जाने बचे बस चंद ही दम ने। दीवाना बन गया बैंका जी है बाहिश्त तेरी दा, दीवाना बन गया बैंका जी है बाहिश्त तेरी दा। जलवा जिंद चाहुंदी है गुरु जी दृष्ट तेरी दा, गुरु जी दृष्ट तेरी दा, गुरु जी दृष्ट तेरी दा। सतगुरु शब्द गुरु साहब श्री गुरु ग्रंथ साहब जी सच्चे पातशाह
ਜਿਨ੍ਹਾਂ ਨੇ ਸੰਸਾਰ ਉੱਤੇ ਕਿਰਪਾ ਕੀਤੀ ਹੈ, ਕਿਰਪਾ ਕਰਨੀ ਹੈ। ਜੋ ਵੀ ਸ਼ੁਭ ਭਾਵਨਾ ਪ੍ਰਾਣੀ ਲੈ ਕੇ ਸਤਿਗੁਰ ਦੇ ਹਜ਼ੂਰ ਆਉਂਦਾ ਹੈ, ਮੇਰੇ ਸੱਚੇ ਸਤਿਗੁਰੂ ਉਹਦੀ ਮਨ ਦੀ ਵੇਦਨਾ ਜਾਣ ਕੇ ਉਹਦੀਆਂ ਜਿਹੜੀਆਂ ਖਾਲੀ ਝੋਲੀਆਂ ਨੇ ਉਹ ਭਰਦੇ ਨੇ। ਮਹਾਂਪੁਰਖਾਂ ਦੀ ਸੰਗਤ ਕਰ ਰਹੇ ਹੋ, ਜ਼ਿੰਦਗੀ ਵਿੱਚ ਪਹਿਲੀ ਵਾਰ ਇਸ ਅਸਥਾਨ ਉੱਤੇ ਇੱਕ ਵਾਰ ਪਹਿਲਾਂ ਮੈਂ ਰੁਕਿਆ, ਥੋੜਾ ਸਮਾਂ ਅੱਗੇ ਜਾਣਾ ਸੀ ਸਮਾਗਮ ਵਾਸਤੇ, ਪਰ ਸਟੇਜ ਤੌਰ ਤੇ ਮੈਂ ਪਹਿਲੀ ਵਾਰ ਤੁਹਾਡੇ ਸਨਮੁਖ ਹੋ ਰਿਹਾ। ਇਹ ਵੀ ਮਹਾਂਪੁਰਖਾਂ ਦਾ ਤਰਸ ਪਿਆ, ਆਵਾਜ਼ ਮਾਰੀ ਹੈ ਤੁਹਾਡੇ ਜੋੜੇ ਝਾੜਨ ਵਾਸਤੇ। ਅਸੀਸ ਬਖਸ਼ੋ, ਗੁਰੂ ਜੀ ਆਗਿਆ ਦੇਣ, ਗੁਰੂ ਕੀ ਸੰਗਤ ਆਗਿਆ ਦੇਵੇ। ਮਹਾਂਪੁਰਖਾਂ ਕੋਲੋਂ ਆਗਿਆ ਮੰਗਦੇ ਆ, ਇਹ ਆਗਿਆ ਫਤਿਹ ਵਿੱਚੋਂ ਮਿਲਣੀ ਹੈ। ਪਰਸਪਰ ਪਿਆਰ ਵਧਾਈਏ, ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਰ ਸੇਵਾ ਸੰਸਾਰ ਵਿੱਚ ਬੜੇ ਦਾਨੀ ਹੋਏ ਨੇ। ਕਈਆਂ ਨੇ ਧਰਤੀ ਦਾਨ ਕੀਤੀ, ਕਈਆਂ ਨੇ ਸੋਨਾ ਦਾਨ ਕੀਤਾ, ਕਰ ਰਹੇ ਨੇ। ਕਈਆਂ ਨੇ ਚਾਂਦੀ ਦਾਨ ਕੀਤੀ, ਕਈਆਂ ਨੇ ਕਰੰਸੀ ਦਾਨ ਕੀਤੀ ਤੇ ਔਰ ਕਰ ਵੀ ਰਹੇ। ਜਿਹੜੇ ਕਰਦੇ ਨੇ ਉਹਨਾਂ ਦੇ ਖਜ਼ਾਨੇ ਕਦੀ ਊਣੇ ਨਹੀਂ ਹੋਇਆ ਕਰਦੇ। ਭਗਤ ਜੀ ਕਹਿੰਦੇ ਨੇ, ਮੇਰੇ ਮਾਲਕ, ਹੇ ਮੇਰੇ ਪਰਮਾਤਮਾ ਸੱਚੇ ਪਾਤਸ਼ਾਹ, ਜੋ ਕੁਝ ਮੈਂ ਵੇਖ ਰਿਹਾ ਇਸ ਸੰਸਾਰ ਵਿੱਚ ਸਾਰਾ ਹੀ ਕੁਝ ਤੇਰਾ ਹੈ। ਮੇਰਾ ਮੁਝ ਮੇਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਪਰ ਫਿਰ ਵੀ ਮੇਰੀ ਇੱਕ ਅਰਦਾਸ ਹੈ, ਇੱਕ ਬੇਨਤੀ ਹੈ। ਦੁਨੀਆ ਦੇ ਲੋਕ ਬੜੇ ਬੜੇ ਦਾਨੀ, ਸਿਰ ਤੱਕ ਦੇ ਦਾਨੀ ਨੇ ਇੱਥੇ, ਪਰ ਹੇ ਮੇਰੇ ਮਾਲਕ, ਇਹ ਜਿਹੜਾ ਮੇਰਾ ਜਨਮ ਹੈ ਨਾ ਮਾਧੋ, ਜਨਮ ਤੁਮਾਰੇ ਲੇਖੇ। ਜਨਮ ਉਸ ਪਰਮੇਸ਼ਰ ਦੇ ਲੇਖੇ ਲਾਉਣਾ, ਉਸ ਪਰਮਾਤਮਾ ਦੇ ਲੇਖੇ ਲਾਉਣਾ, ਔਰ ਜਿਉਂ ਸੁਰਤ ਸੰਭਲਣੀ ਤੇ ਫਿਰ ਅੰਤ ਤੱਕ ਜਿਤਨੇ ਸਵਾਸ ਨੇ ਉਹਦੇ ਹੁਕਮ ਵਿੱਚ ਰਹਿ ਕੇ ਉਹਦੇ ਤੀਰਥਾਂ ਦੀ ਸੇਵਾ ਕਰਨੀ, ਉਹਦੇ ਸੁੰਦਰ ਮੰਦਰ ਬਣਾਉਣੇ, ਪਰਮੇਸ਼ਰ ਦੇ ਨਾਮ ਦੇ ਕਾਲਜ ਬਣਾਉਣੇ, ਹਸਪੀਟਲ ਬਣਾਉਣੇ, ਇੱਥੋਂ ਤੱਕ ਕਿ ਜਿੱਥੇ ਸਰਕਾਰਾਂ ਵੀ ਹੱਥ ਖੜੇ ਕਰ ਜਾਣ ਉੱਥੇ ਵੀ ਕਾਰ ਸੇਵਾ ਵਾਲੇ ਮਹਾਂਪੁਰਖ ਮੋਰਚਾ ਲਾ ਦਿੰਦੇ ਆ। ਵੱਡੇ ਵੱਡੇ ਸਮੁੰਦਰਾਂ ਉੱਤੇ ਪੁਲ ਬੰਨ ਦਿੰਦੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਂਪੁਰਖਾਂ ਦੀ ਸੰਗਤ ਕਰ ਰਹੇ ਆ। ਪੰਥ ਰਤਨ ਮਹਾਂਪੁਰਖ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ, ਜਿਨ੍ਹਾਂ ਦਾ ਨਾਮ ਲਿਆ ਮਨ ਵਿੱਚ ਕਿਤਨੇ ਵੀ ਵਿਸ਼ੇ ਵਕਾਰ ਚੱਲਦੇ ਹੋਣ ਸ਼ਾਂਤ ਹੋ ਜਾਂਦੇ ਨੇ, ਠੰਡ ਪੈ ਜਾਂਦੀ ਹੈ। ਉਹਨਾਂ ਤੋਂ ਬਾਅਦ ਮੇਰੇ ਅਤੀ ਸਤਿਕਾਰਯੋਗ ਮਹਾਂਪੁਰਖ ਬਾਬਾ ਬਚਨ ਸਿੰਘ ਜੀ, ਸਤਿਪੁਰਖ ਜਿਨ੍ਹਾਂ ਨੇ ਕਈ ਵਾਰ, ਅਨੇਕਾਂ ਵਾਰ ਹੀ ਹੁਕਮ ਲਾ ਕੇ ਸੰਗਤ ਦੇ ਦਰਸ਼ਨ ਦੀਦਾਰ ਕਰਵਾਏ ਹੈ। ਔਰ ਬੜਾ ਮਾਣ, ਸਾਨੂੰ ਬੱਚਿਆਂ ਵਾਂਗ ਪਿਆਰ ਕਰਦੇ ਹੋ, ਸਾਰਿਆਂ ਨਾਲ ਹੀ ਕਰਦੇ। ਹਰ ਬੰਦੇ ਨੂੰ ਮਹਿਸੂਸ ਇਉਂ ਹੁੰਦਾ ਵੀ ਬਾਬਾ ਜੀ ਮੇਰੇ ਨਾਲ ਜ਼ਿਆਦਾ ਕਰਦੇ, ਕਿਉਂਕਿ ਸਾਧੂ ਦਾ ਜਿਹੜਾ ਸੁਭਾਅ ਹੁੰਦਾ ਹੈ ਉਹ ਚੰਦਰਮਾ ਵਾਂਗ ਹੁੰਦਾ, ਸਾਧੂ ਦਾ ਸੁਭਾਅ ਸੂਰਜ ਵਾਂਗ ਹੁੰਦਾ ਹੈ, ਸਾਧੂ ਦਾ ਸੁਭਾਅ ਸਮੁੰਦਰ ਵਾਂਗ ਹੁੰਦਾ ਹੈ। ਹੁਣ ਤੁਸੀਂ ਕਹੋਗੇ ਕਿ ਏਡੀਆਂ ਵੱਡੀਆਂ ਉਦਾਹਰਨਾਂ ਮੈਂ ਸਪਸ਼ਟ ਕਰ ਦੇਵਾਂ ਕਿ ਜਿਵੇਂ ਸੂਰਜ ਹੈ, ਉਹ ਇਹ ਨਹੀਂ ਕਹਿੰਦਾ ਕਿ ਮੈਂ ਅਮੀਰ ਦੀ ਹੀ ਜਿਹੜੀ ਕੋਠੀ ਹੈ, ਬੰਗਲਾ ਹੈ, ਉਹਦੇ ਉੱਤੇ ਕਿਰਨਾਂ ਪਾਉਣੀਆਂ ਨੇ, ਉਹ ਝੁੱਗੀ ਉੱਤੇ ਵੀ ਓਨੀਆਂ ਹੀ ਕਿਰਨਾਂ ਪਾਉਂਦਾ ਹੈ। ਪਰਮੇਸ਼ਰ ਦੇ ਪਿਆਰਿਆਂ ਕੋਲ ਕੋਈ ਵੀ ਆ ਜਾਏ, ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ, ਦਇਆ ਦ੍ਰਿਸ਼ਟੀ ਬਰਾਬਰ ਹੋਵੇ। ਉਹਨਾਂ ਦੇ ਮਨ ਵਿੱਚ ਸੀਤਲਤਾ ਚੰਦਰਮਾ ਦੀ ਤਰ੍ਹਾਂ ਹੁੰਦੀ ਹੈ, ਠੰਡਕ ਉਹਨਾਂ ਦੇ ਕੋਲੋਂ ਇੰਨੀ ਮਿਲਦੀ ਹੈ ਕਿ ਸੰਸਾਰ ਵਿੱਚ ਚੱਲਦਿਆਂ, ਸੰਸਾਰ ਵਿੱਚ ਰਹਿੰਦਿਆਂ
ਜਿਹੜੇ ਵਿਸ਼ੇ ਵਕਾਰ ਨਾਲ ਬੰਦਾ ਭੁੱਜਿਆ ਹੁੰਦਾ, ਸੜਿਆ ਹੁੰਦਾ, ਤੜਫਦਾ, ਜਦੋਂ ਸਾਧੂ ਦੀ ਸੰਗਤ ਕਰ ਲਈਏ ਫਿਰ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਠੰਡ ਪੈ ਜਾਂਦੀ ਹੈ, ਸੀਤਲਤਾ ਆ ਜਾਂਦੀ ਹੈ। ਬਿਲਕੁਲ ਉਹ ਚੰਦਰਮਾ ਦੀ ਤਰ੍ਹਾਂ ਹੋਇਆ ਕਰਦੇ ਨੇ, ਸਾਰਿਆਂ ਨਾਲ ਬਰਾਬਰ ਦਾ ਪਿਆਰ ਕਰਦੇ ਨੇ। ਸਮੁੰਦਰ ਦਾ ਮੈਂ ਦਰਜਾ ਤਾਂ ਦਿੱਤਾ ਹੈ ਕਿ ਸਮੁੰਦਰ ਵਿੱਚ ਕਦੀ ਕਿਸੇ ਨੇ ਹੜ੍ਹ ਨਹੀਂ ਵੇਖਿਆ। ਉਹਦੇ ਵਿੱਚ ਨਦੀਆਂ, ਨਾਲੇ, ਦਰਿਆ ਕਿਤਨੇ ਵੀ ਆਣ ਕੇ ਪੈ ਜਾਣ, ਉਹਨਾਂ ਦਾ ਸੁਭਾਅ ਬਿਲਕੁਲ ਸ਼ਾਂਤ ਹੁੰਦਾ ਹੈ। ਇਸੇ ਤਰ੍ਹਾਂ ਮਹਾਂਪੁਰਖ ਹੁੰਦੇ ਨੇ ਭਾਈ। ਕੋਈ ਵੀ ਗੱਲ ਕਿੱਡੀ ਵੀ ਸੰਸਾਰ ਵਿੱਚ ਹੋ ਜਾਏ, ਉਹ ਸਭ ਨੂੰ ਪਰਸਪਰ ਪਿਆਰ ਹੀ ਵਧਾਉਂਦੇ ਆ ਕਿ ਭਾਈ ਸ਼ਾਂਤੀ ਕਰੋ, ਉਸ ਪਰਮੇਸ਼ਰ ਦਾ ਨਾਮ ਜਪੋ। ਆਪ ਜਪਦੇ ਨੇ, ਦੂਜਿਆਂ ਨੂੰ ਜਪਾਉਂਦੇ ਨੇ। ਸਾਧੂ, ਬ੍ਰਹਮ ਗਿਆਨੀ, ਮਹਾਂਪੁਰਖ ਇਹ ਪਰਮੇਸ਼ਰ ਦੇ ਭੇਜੇ ਆਉਂਦੇ ਨੇ। ਜੇ ਕੋਈ ਮਨੁੱਖ ਕਹੇ ਕਿ ਇਹਨਾਂ ਦਾ ਕੋਈ ਅੰਦਾਜ਼ਾ, ਇਹਨਾਂ ਦੀ ਕੋਈ ਸੀਮਾ, ਇਹਨਾਂ ਦੇ ਪਿਆਰ ਨੂੰ ਜਾਂ ਇਹਨਾਂ ਦੀ ਜਿਹੜੀ ਬੰਦਗੀ ਆ, ਜਪ ਤਪ ਹੈ, ਉਹਨੂੰ ਮਿਣਿਆ ਜਾਏ ਤੇ ਕੋਈ ਨਹੀਂ ਮਿਣ ਸਕਦਾ। ਆ ਜਿਹੜੀ ਲਾਈਟ ਚੱਲ ਰਹੀ ਹੈ, ਦੁਨਿਆਵੀ ਲਾਈਟ, ਇਹਦੀ ਗਿਣਤੀ ਮਿੰਤੀ ਹੈਗੀ ਆ 66 kV ਹੈ, 250 ਵੋਲਟ ਹੈ, 450 ਵੋਲਟ ਹੈ। ਕਿੰਨੀ ਤੇਜ਼ੀ ਨਾਲ ਚੱਲਦੀ ਹੈ, ਕਿੰਨਾ ਇਹ ਏਰੀਆ ਕਵਰ ਕਰ ਸਕਦੀ, ਕਿਉਂਕਿ ਮਨੁੱਖ ਨੇ ਬਣਾਈ ਹੈ। ਇਹਦੀ ਗਿਣਤੀ ਮਿੰਤੀ ਹੈਗੀ ਹੈ। ਜਿਹੜੀ ਅਸਮਾਨੀ ਬਿਜਲੀ ਆ, ਸਾਰੇ ਹੀ ਜਾਣਦੇ ਆ, ਜਦੋਂ ਉਹ ਕੜਕਦੀ ਹੈ, ਜਦੋਂ ਉਹ ਗਰਜਦੀ ਹੈ, ਜਦੋਂ ਉਹ ਆਪਣੇ ਆਪ ਵਿੱਚ ਆਉਂਦੀ ਹੈ, ਫਿਰ ਉਹਦਾ ਕੋਈ ਲੋਡ, ਉਹਦਾ ਕੋਈ ਜਿਹੜੀ ਤੇਜ਼ੀ ਦੀ ਰਫ਼ਤਾਰ ਹੈ, ਉਹਨੂੰ ਕੋਈ ਨਹੀਂ ਮਿਣ ਸਕਦਾ। ਇਸੇ ਤਰ੍ਹਾਂ ਬ੍ਰਹਮ ਗਿਆਨੀ ਹੁੰਦੇ ਨੇ, ਜਿਨ੍ਹਾਂ ਦਾ ਕੋਈ ਬ੍ਰਹਮ ਗਿਆਨੀ ਸਦ ਜੀਵਤ ਨਹੀਂ ਮਰਦਾ। ਬ੍ਰਹਮ ਗਿਆਨੀ ਹੈ ਜਿਹੜਾ, ਉਹ ਪਰਮੇਸ਼ਰ ਆਪ ਨਿਰੰਕਾਰ ਦਾ ਰੂਪ ਹੈ। ਬ੍ਰਹਮ ਗਿਆਨ ਕਿੱਡੀ ਵੱਡੀ ਹਸਤੀ ਹੁੰਦਾ ਹੈ। ਬ੍ਰਹਮ ਗਿਆਨੀ ਦਾ ਜੀਵਨ ਕਿੰਨਾ ਉੱਚਾ, ਸੁੱਚਾ, ਨਿਰਮਲ ਹੁੰਦਾ ਹੈ। ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਵੀ ਨਿਰਲੇਪ ਰਹਿੰਦਾ ਹੈ, ਪਵਿੱਤਰਤਾ ਰੱਖਦਾ ਹੈ। ਇਸੇ ਤਰ੍ਹਾਂ ਸਾਧੂ ਦੀ ਸੰਗਤ, ਸਾਧੂ ਦਾ ਜੀਵਨ, ਸਾਧੂ ਦੀ ਬੰਦਗੀ, ਸਾਧੂ ਦਾ ਜਿਹੜਾ ਮਾਰਗ ਹੈ, ਉਹ ਇੰਨਾ ਪਵਿੱਤਰਤਾ ਵਾਲਾ ਹੁੰਦਾ ਹੈ ਕਿ ਜਿਵੇਂ ਸੰਸਾਰ ਵਿੱਚ ਚੱਲਦਿਆਂ ਕਈ ਪ੍ਰਕਾਰ ਦੇ ਵਿਸ਼ੇ ਵਕਾਰ ਇੱਥੇ ਚੱਲਦੇ ਨੇ, ਪਰ ਉਹਨਾਂ ਤੋਂ ਨਿਰਲੇਪ ਰਹਿ ਕੇ ਇੱਕੋ ਹੀ ਗੱਲ ਉਹ ਕਹਿੰਦੇ ਨੇ, ਭਾਈ ਉਸ ਪਰਮੇਸ਼ਰ ਦੇ ਕੋਲ ਜਾਣਾ ਜਿਸ ਨੇ ਤੈਨੂੰ ਸੰਸਾਰ ਵਿੱਚ ਭੇਜਿਆ। ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਮੇਰੇ ਗੁਰੂ ਦਾ ਸਿਧਾਂਤ ਉਹ ਸਭ ਨੂੰ ਕਹਿੰਦੇ ਨੇ, ਆਓ ਬ੍ਰਹਮ ਗਿਆਨੀ ਸੀਸ ਝੁਕਾਈਏ ਮਹਾਂਪੁਰਖਾਂ ਨੂੰ, ਸਤਿਪੁਰਖਾਂ ਨੂੰ, ਮਹਾਂਪੁਰਖਾਂ ਨੂੰ ਸਮਰਪਿਤ ਇੱਕ ਕਵਿਤਾ ਮੈਂ ਸਾਂਝੀ ਕਰਾਂ ਕਿ ਲਿਖੀ ਕਥੀ ਨਾ ਜਾਏ ਮਹਿਮਾ ਬ੍ਰਹਮ ਗਿਆਨੀ ਦੀ। ਤੁਸੀਂ ਵੀ ਸਰਵਣ ਕਰੋ, ਅਸੀਂ ਵੀ ਗਾ ਕੇ, ਤੁਸੀਂ ਸੁਣ ਕੇ ਆਪਣਾ ਜੀਵਨ ਸਵਾਰੀਏ। ਕਿੰਨੀਆਂ ਉੱਚੀਆਂ ਹਸਤੀਆਂ ਉਸ ਪਰਮੇਸ਼ਰ ਨੇ ਭੇਜੀਆਂ ਸੰਸਾਰ ਵਿੱਚ, ਜਿਨ੍ਹਾਂ ਦਾ ਨਾਮ ਲਿਆ ਮਨ ਸੀਤਲ ਹੋ ਜਾਂਦਾ। ਹੀਰਾ ਵਿਖਿਆ ਰਹਿਤ ਹੋਏ ਔਖਦ ਬਣ ਜਾਂਦਾ ਹੈ। ਨਿਰਵੈਰ ਹੋਏ ਜੇ ਮਾਨਸ ਤਾਂ ਸਾਧੂ ਅਖਵਾਂਦਾ ਹੈ। ਨਿਰਵੈਰ ਹੋਏ ਜੇ ਮਾਨਸ ਤਾਂ ਸਾਧੂ ਅਖਵਾਂਦਾ ਹੈ। ਉਹ ਜਿਨ ਜਪਿਆ ਪ੍ਰਭ ਆਪਣਾ ਉਹ ਰੂ ਸਨਮਾਨੀ ਦੀ। ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ। ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ। ਉਹ ਹੀਰਾ ਵਿਖਿਆ ਰਹਿਤ ਹੋਏ ਔਖਦ ਬਣ ਜਾਂਦਾ ਹੈ। ਨਿਰਵੈਰ ਹੋਏ ਜੇ ਮਾਨਸ ਤਾਂ ਸਾਧੂ ਅਖਵਾਂਦਾ ਹੈ। ਨਿਰਵੈਰ ਹੋਏ ਜੇ ਮਾਨਸ ਤਾਂ ਸਾਧੂ ਅਖਵਾਂਦਾ ਹੈ। ਉਹ ਜਿਨ ਜਪਿਆ ਪ੍ਰਭ ਆਪਣਾ ਉਹ ਰੂ ਸਨਮਾਨੀ ਦੀ। ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ। ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ। ਉਹ ਬਣੇ ਸਮੁੰਦ ਸਿਆਹੀ ਤੇ ਬਣ ਕਲਮਾ ਕੱਢ ਲਈਏ। ਸਰਬ ਸ੍ਰੇਸ਼ਟ ਗ੍ਰੰਥਾਂ ਨੂੰ ਲਾ ਕੋਟੇ ਪੜ ਲਈਏ। ਸਰਬ ਸ੍ਰੇਸ਼ਟ ਗ੍ਰੰਥਾਂ ਨੂੰ ਲਾ ਕੋਟੇ ਪੜ ਲਈਏ। ਉਪਮਾ ਨਹੀਂ ਹੋ ਸਕਦੀ ਜੀ ਰਸ ਭਰੀ ਕਹਾਣੀ ਦੀ। ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ। ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ। ਉਹ ਪਲਟ ਦੇਵੇ ਜੁਗਾਂ ਨੂੰ ਤੇ ਦੇ
ਜੀਵਨ ਪੱਥਰਾਂ ਨੂੰ, ਪਲਟ ਦੇਵੇ ਜੁਗਾਂ ਨੂੰ ਤੇ ਦੇ ਜੀਵਨ ਪੱਥਰਾਂ ਨੂੰ। ਅੰਮ੍ਰਿਤ ਛਿੜਕੀ ਉਠਾ ਲੈਂਦਾ ਰਨ ਲੱਥੇ ਸਥਰਾਂ ਨੂੰ, ਅੰਮ੍ਰਿਤ ਛਿੜਕੀ ਉਠਾ ਲੈਂਦਾ ਰਨ ਲੱਥੇ ਸਥਰਾਂ ਨੂੰ। ਉਹ ਲੋਟ ਖਬਰ ਕੋਈ ਲਾਵੇ ਕੀ ਬਿਜਲੀ ਅਸਮਾਨੀ ਦੀ, ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ, ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ। ਉਹ ਮਾਇਆ ਦਾਸੀ ਹੋ ਕੇ ਤੇ ਦਰ ਝਾੜੂ ਕਰਦੀ ਐ, ਮਾਇਆ ਦਾਸੀ ਹੋ ਕੇ ਤੇ ਦਰ ਝਾੜੂ ਕਰਦੀ ਹੈ। ਪੌਣ ਚੱਲੇ ਪਈ ਪੱਖਾ ਸ਼ਕਤੀ ਪਾਣੀ ਭਰਦੀ ਐ, ਪੌਣ ਚੱਲੇ ਪਈ ਪੱਖਾ ਸ਼ਕਤੀ ਪਾਣੀ ਭਰਦੀ ਐ। ਉਹ ਧਰਤੀ ਲਏ ਪਰਕਰਮਾ ਜੀ ਜਿਸ ਜੀਵਨ ਦਾਨੀ ਦੀ, ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ, ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ। ਉਹ ਚਿੱਕੜ ਵਿੱਚ ਨਿਰਲੇਪ ਰਹੇ ਫੁੱਲ ਖਿੜਿਆ ਕਮਲੇ ਦਾ, ਉਸ ਤੇ ਹੁੰਦਾ ਅਸਰ ਨਹੀਂ ਮਾਇਆ ਦੇ ਹਮਲੇ ਦਾ, ਉਸ ਤੇ ਹੁੰਦਾ ਅਸਰ ਨਹੀਂ ਮਾਇਆ ਦੇ ਹਮਲੇ ਦਾ। ਆ ਦਿਲ ਵਿੱਚ ਕਰਨ ਮਹਿਸੂਸ ਦਿਲ ਵਿੱਚ ਕਰਨ ਮਹਿਸੂਸ ਦਰਦ ਉਹ ਪੀੜ ਬੇਗਾਨੀ ਦੀ, ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ, ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ। ਉਹ ਚੰਦਨ ਦੀ ਸੀਤਲਤਾ ਉਹਨਾਂ ਤੋਂ ਮਿਲਦੀ ਐ, ਜੁਗ ਕਲੀ ਮਰ ਜਾਈ ਜਿਸ ਦੇ ਨਾਂ ਸੰਗ ਖਿਲਦੀ ਐ, ਜੁਗ ਕਲੀ ਮਰ ਜਾਈ ਜਿਸ ਦੇ ਨਾਂ ਸੰਗ ਖਿਲਦੀ ਐ। ਉਹ ਤਾਪ ਕੌਣ ਚੱਲ ਸਕਦਾ ਐਸੀ ਜੋਤ ਨਰਾਨੀ ਦੀ, ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ, ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ। ਉਹ ਦਰਸ਼ਨ ਬ੍ਰਹਮ ਗਿਆਨੀ ਦਾ ਨਾਵਨ ਹੈ ਲਖ ਸੰਗਮ ਦਾ, ਅੰਤ ਨ ਪਾਇਆ ਜਾਏ ਐਸੇ ਵੀਰ ਬੇਹੰਗਮ ਦਾ, ਅੰਤ ਨ ਪਾਇਆ ਜਾਏ ਐਸੇ ਵੀਰ ਬੇਹੰਗਮ ਦਾ। ਉਹ ਬਾਲ ਬਿਰਦ ਤੋਂ ਕੀਮਤ ਨਹੀਂ ਕੋਈ ਵੱਖ ਜਵਾਨੀ ਦੀ, ਨਹੀਂ ਕੋਈ ਵੱਖ ਜਵਾਨੀ ਦੀ, ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ, ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ। ਉਹ ਜੁਗਾਂ ਦੇਸ਼ਾਂ ਖੰਡਾਂ ਦੀ ਰੱਖਦੇ ਹੱਦਬੰਦੀ ਨਹੀਂ, ਜੁਗਾਂ ਦੇਸ਼ਾਂ ਖੰਡਾਂ ਦੀ ਰੱਖਦੇ ਹੱਦਬੰਦੀ ਨਹੀਂ। ਆਉਣ ਜਾਣ ਦੀ ਉਹਨਾਂ ਤੇ ਹੁੰਦੀ ਪਾਬੰਦੀ ਨਹੀਂ, ਆਉਣ ਜਾਣ ਦੀ ਉਹਨਾਂ ਤੇ ਹੁੰਦੀ ਪਾਬੰਦੀ ਨਹੀਂ। ਉਹ ਬਾਲ ਬਿਰਦ ਤੋਂ ਕੀਮਤ ਨਹੀਂ ਕੋਈ ਵੱਖ ਜਵਾਨੀ ਦੀ, ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ, ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ। ਉਹ ਸੱਚ ਦਾ ਮਾਰਗ ਦੇ ਕੇ ਉਹ ਓਲੇ ਹੋ ਜਾਂਦੇ ਨੇ, ਹੋ ਜਾਣ ਜੋ ਕਰਤਾਰ ਦੇ ਉਹ ਕਰਤਾਰ ਸਦਾਂਦੇ ਨੇ। ਸੱਚ ਦਾ ਮਾਰਗ ਦੇ ਕੇ ਉਹ ਓਲੇ ਹੋ ਜਾਂਦੇ ਨੇ, ਹੋ ਜਾਣ ਜੋ ਕਰਤਾਰ ਦੇ ਉਹ ਕਰਤਾਰ ਸਦਾਂਦੇ ਨੇ, ਹੋ ਜਾਣ ਜੋ ਕਰਤਾਰ ਦੇ ਉਹ ਕਰਤਾਰ ਸਦਾਂਦੇ ਨੇ। ਉਹ ਇਸ ਤੋਂ ਵੱਡੀ ਬੈਂਕਾ ਨਹੀਂ ਕੋਈ ਚੀਜ਼ ਨਿਸ਼ਾਨੀ ਦੀ, ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ, ਲਿਖੀ ਕਥੀ ਨਾ ਜਾਵੇ ਮਹਿਮਾ ਬ੍ਰਹਮ ਗਿਆਨੀ ਦੀ। ਸਤਿਗੁਰੂ ਜੀ ਪਵਿੱਤਰ ਬਾਣੀ ਵਿੱਚ ਬ੍ਰਹਮ ਗਿਆਨੀ ਬਾਰੇ ਦਰਸਾਉਂਦੇ ਨੇ ਕਿ ਉਹ ਆਪ ਪਰਮੇਸ਼ਰ ਹੈ, ਉਸ ਅਕਾਲ ਪੁਰਖ ਦੀ ਕੀਰਤੀ ਕਰਨ ਵਾਲੇ ਜਿਹੜੇ ਰਾਮ ਰਾਮ ਕਹਿੰਦੇ ਨੇ ਉਹ ਰਾਮ ਹੀ ਹੋ ਜਾਂਦੇ ਨੇ, ਵਾਹਿਗੁਰੂ ਵਾਹਿਗੁਰੂ ਕਹਿਣ ਵਾਲੇ ਉਹਦਾ ਹੀ ਰੂਪ ਹੋ ਜਾਂਦੇ। ਮੈਂ ਵੇਖਿਆ ਸਤਿਪੁਰਖਾਂ ਨੂੰ ਜ਼ਿੰਦਗੀ ਵਿੱਚ ਜਿਨ੍ਹਾਂ ਨੇ ਜਪਿਆ, ਇੰਨੀ ਪਰਮੇਸ਼ਰ ਨੇ ਉਹਨਾਂ ਦੇ ਬੋਲਾਂ ਵਿੱਚ ਬਰਕਤ ਪਾ ਦਿੱਤੀ। ਕੋਈ ਵੀ ਆ ਗਿਆ ਉਹਦੇ ਬੇੜੇ ਤਾਰ ਦਿੱਤੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਾਬਾ ਜੋਗਾ ਸਿੰਘ ਜੀ ਸਤਿਪੁਰਖ ਕਾਰ ਸੇਵਾ ਦੇ ਪੁੰਜ ਜਿਹੜੇ ਇੱਥੇ ਸੇਵਾਵਾਂ ਕਰਦੇ ਨੇ, ਉਹਨਾਂ ਵੱਲੋਂ 500 ਦਮੜਾ ਅਸੀਸ ਤੌਰ ਤੇ ਭੇਜਿਆ ਗਿਆ। ਮੈਂ ਧੰਨਵਾਦ ਕਰਦਾ। ਸਤਿਗੁਰੂ ਕਿਰਪਾ ਕਰਨ, ਚੜ੍ਹਦੀ ਕਲਾ ਰੱਖਣ, ਸੇਵਾ ਕਰਨ ਦਾ ਗੁਰੂ ਬਲ ਬਖਸ਼ਣ। ਔਰ
ਇਹ ਵੀ ਅਰਦਾਸ ਕਰਦਾ ਹੈ ਕਿ ਤੁਹਾਡਾ ਸਾਰਿਆਂ ਦਾ ਉਹਨਾਂ ਨਾਲ ਪਿਆਰ ਬਣਿਆ ਰਹੇ, ਸਮੇਂ ਸਮੇਂ ਉੱਤੇ ਤੁਹਾਨੂੰ ਸੇਵਾਵਾਂ ਲੱਗਦੀਆਂ ਰਹਿਣ ਤੇ ਤੁਸੀਂ ਆਪਣੀ ਧਰਮ ਦੀ ਕਿਰਤ ਵਿੱਚੋਂ ਕੁਝ ਨਾ ਕੁਝ ਦਾਨ ਦੇ ਰੂਪ ਵਿੱਚ ਤਿਲ ਫੁੱਲ ਗੁਰ ਦਰਬਾਰ ਵਿੱਚ ਭੇਜਦੇ ਰਹੋ। ਇਹ ਅਰਦਾਸ ਹੈ। ਬਾਬਾ ਮੇਹਰ ਸਿੰਘ ਜੀ ਨਜ਼ੀਬਾਬਾਦ ਵਾਲੇ ਸਤਪੁਰਖ ਇੱਥੇ ਪਹੁੰਚੇ ਨੇ, ਜਿਉ ਆਇਆ। ਬਾਬਾ ਬਾਬੂ ਸਿੰਘ ਜੀ ਸਤਪੁਰਖ, ਉਹਨਾਂ ਵੱਲੋਂ ਵੀ ਮਾਇਆ ਭੇਜੀ ਗਈ ਹੈ, ਧੰਨਵਾਦ ਕਰਦੇ ਆ। ਸਤਿਗੁਰੂ ਕਿਰਪਾ ਕਰੇ। ਗੁਰੂ ਨਾਨਕ ਦਾ ਘਰ ਸੇਵਾ ਕਰਨ ਵਾਲਿਆਂ ਤੇ ਬੜਾ ਖੁਸ਼ ਹੁੰਦਾ ਹੈ। ਗੁਰੂ ਨਾਨਕ ਦੇ ਘਰ ਵਿੱਚ ਵਡਿਆਈ ਉਹਨਾਂ ਨੂੰ ਮਿਲਦੀ ਆ ਜਿਹੜੇ ਆਪਣੇ ਹੱਥਾਂ ਨਾਲ ਸੇਵਾ ਕਰਦੇ ਆ, ਜੀਭਾਂ ਨਾਲ ਸਿਮਰਦੇ ਆ ਔਰ ਸਰਵਨਾ ਨਾਲ ਸੁਣਦੇ। ਮੈਂ ਅੱਜ ਤੁਹਾਡੇ ਨਾਲ ਉਸ ਬ੍ਰਹਮ ਗਿਆਨੀ ਦੀ ਗੱਲ ਕਰਨ ਲੱਗਾ ਹਾਂ, ਜਿਸ ਬ੍ਰਹਮ ਗਿਆਨੀ ਨੂੰ ਗੁਰੂ ਨਾਨਕ ਦੇਵ ਜੀ ਨੇ ਬੜਾ ਵੱਡਾ ਮਾਣ ਦਿੱਤਾ। ਮਾਣ ਮਿਲਦਾ ਕਦੋਂ ਮਿਲਦਾ? ਜਦੋਂ ਉਹਦੇ ਹੋ ਜਾਈਏ, ਜਦੋਂ ਆਪਣੇ ਆਪ ਵਿੱਚ ਨਾ ਰਹੀਏ, ਉਹਦੇ ਹੁਕਮ ਵਿੱਚ ਹੋ ਜਾਈਏ। ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜੇ ਮਨੁੱਖ ਆਖੇ ਕਿ ਮੈਂ ਬਿਨਾਂ ਹੁਕਮ ਤੋਂ ਕੋਈ ਪ੍ਰਾਪਤੀ ਕਰਾਂ, ਕਹਾਣੀ ਚੱਲਦੀ ਨਹੀਂ। ਉਹ ਹੁਕਮ ਤੇ ਪੁੱਤ ਨਾ ਮੰਨੇ ਪਿਓ ਦਾ ਤੇ ਪਿਓ ਖਫੇ ਹੋ ਜਾਂਦਾ ਹੈ, ਉਹ ਤਾਂ ਪਰਮੇਸ਼ਰ ਹੈ, ਉਹ ਤਾਂ ਆਪ ਪਰਮਾਤਮਾ ਜਿਨੇ ਸੰਸਾਰ ਵਿੱਚ ਭੇਜਿਆ। ਪਰ ਸਾਰੇ ਇਸ ਗੱਲ ਨੂੰ ਜਾਣ ਨਹੀਂ ਸਕਦੇ। ਚੰਦ ਲੋਕ ਹੁੰਦੇ ਨੇ ਜਿਨ੍ਹਾਂ ਕਰਕੇ ਇਹ ਧਰਤੀ ਖਲੋਤੀ ਹੈ, ਜਿਨ੍ਹਾਂ ਦੇ ਸੇਵਾ ਕਰਕੇ, ਜਿਨ੍ਹਾਂ ਦੇ ਸਿਮਰਨ ਕਰਕੇ, ਜਿਨ੍ਹਾਂ ਦੇ ਦਾਨ ਕਰਕੇ ਇਹ ਸਾਰਾ ਸੰਸਾਰ ਚੱਲ ਰਿਹਾ ਹੈ। ਉਸ ਪਰਮੇਸ਼ਰ ਨੇ ਰਹਿਮਤ ਕੀਤੀ, ਕਿਰਪਾ ਕੀਤੀ। ਕੱਥੂ ਨੰਗਲ ਨਗਰ ਹੈ ਅੰਮ੍ਰਿਤਸਰ ਦੇ ਕੋਲ, ਉੱਥੇ ਬੜਾ ਵੱਡਾ ਰਹੀਸ ਇੱਕ ਸਰਦਾਰ ਰਹਿੰਦਾ ਹੈ। ਇਤਿਹਾਸ ਵਿੱਚ ਜਿਨ੍ਹਾਂ ਦਾ ਨਾਮ ਭਾਈ ਸੁੱਗਾ ਕਰਕੇ ਆਉਂਦਾ ਹੈ, ਰੰਧਾਵਾ। ਉਹਨਾਂ ਦੇ ਕੋਲ 22-23 ਪਿੰਡ ਜਿਹੜੇ ਉਹਨਾਂ ਦੇ ਕੋਲ ਉਹਨਾਂ ਦੀ ਚੌਧਰ। ਸਮੇਂ ਦੇ ਰੰਗ ਹੁੰਦੇ ਨੇ, ਪਰਮੇਸ਼ਰ ਜਿਵੇਂ ਚਲਾਉਂਦਾ ਚੱਲਣਾ ਪੈਂਦਾ। ਕੁਝ ਸਮਾਂ ਇਹੋ ਜਿਹਾ ਆਇਆ, ਉਹ ਕੱਥੂ ਨੰਗਲ ਤੋਂ ਉੱਠ ਕੇ ਨਗਰ ਰਮਦਾਸ ਵਿੱਚ ਉਹਨਾਂ ਨੇ ਉਤਾਰਾ ਕਰ ਲਿਆ। ਉਸ ਪਰਮੇਸ਼ਰ ਦੀ ਮਰਜ਼ੀ ਹੋਈ, ਉਹਨਾਂ ਦੇ ਘਰ ਇੱਕ ਬਾਲਕ ਪੈਦਾ ਹੋਇਆ ਜਿਹਦਾ ਨਾਮ ਉਹਨਾਂ ਨੇ ਬੂੜਾ ਰੱਖਿਆ। ਬਚਪਨ ਤੋਂ ਲੈ ਕੇ ਜਵਾਨੀ ਵੱਲੇ ਕਦਮ ਵੱਧ ਰਹੇ ਨੇ ਉਸ ਬਾਲਕ ਦੇ। ਉਹਨਾਂ ਦੀ ਸਤਿਕਾਰਯੋਗ ਮਾਤਾ ਜਿਹੜੀ ਬੜੀ ਬੰਦਗੀ ਵਾਲੀ ਆ, ਜਪ ਤਪ ਵਾਲੀ ਆ, ਸੇਵਾ ਵਾਲੀ ਆ, ਸਿਮਰਨ ਵਾਲੀ। ਹੁਣ ਐਸੀਆਂ ਰੂਹਾਂ ਉਹਨਾਂ ਘਰਾਂ ਵਿੱਚ ਆਉਣਗੀਆਂ, ਉਹਨਾਂ ਹੀ ਕੁੱਖਾਂ ਵਿੱਚ ਆਉਣਗੀਆਂ ਜਿਨ੍ਹਾਂ ਦੇ ਪੱਲੇ ਕੋਈ ਜਪ ਤਪ ਹੋਏਗਾ। ਅੱਜ ਕਿਉਂ ਐਸਾ ਹੋ ਰਿਹਾ ਹੈ? ਹਰ ਪਾਸੇ ਝਗੜਾ, ਹਰ ਪਾਸੇ ਕਲੇਸ਼, ਹਰ ਪਾਸੇ ਲਾਲਾ ਲਾਲਾ ਪਈ ਹੁੰਦੀ ਹੈ। ਸ਼ਾਂਤੀ ਕਿਉਂ? ਕਿਉਂਕਿ ਸ਼ਾਂਤੀ ਵਾਲੇ ਪੁਰਖ ਆਉਣ ਹੀ ਬੜੇ ਘਟਦਾ। ਸੇਵਾ ਸਿਮਰਨ ਹੈ ਹੀ, ਕਰਨਾ ਪਏਗਾ। ਉਹਨਾਂ ਮਹਾਂਪੁਰਖਾਂ ਨੂੰ ਆਉਣਾ ਪਏਗਾ, ਆਉਣਗੇ। ਪਰ ਜਿੱਥੇ ਆਉਣਾ ਹੈ ਉਹ ਆਸਣ ਵੀ ਸਵੱਛ ਰੱਖਣਾ ਪਏਗਾ, ਪਵਿੱਤਰ ਰੱਖਣਾ ਪਏਗਾ, ਨਾਮ ਜਪਣਾ। ਗੁਰੂ ਗੋਬਿੰਦ ਸਿੰਘ ਜੀ ਦੀਨ ਦੁਨੀਆ ਦੇ ਵਾਲੀ, ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਹਿੰਦੁਸਤਾਨ ਹੀ ਨਹੀਂ ਸੰਸਾਰ ਦੀ ਮਨੁੱਖਤਾ ਨੂੰ ਬਚਾਉਣ ਵਾਸਤੇ ਹਿੰਦੁਸਤਾਨ ਦੀ ਸਰਕਾਰ ਨਾਲ ਮੱਥਾ ਲਾਇਆ ਤੇ ਗੁਰੂ ਜਿੱਤਿਆ, ਬਾਦਸ਼ਾਹ ਹੋਇਆ। ਕਾਰਨ ਕੀ ਹੈ? ਗੁਰੂ ਤੇਗ ਬਹਾਦਰ ਜੀ ਦੀ ਵੱਡੀ ਬੰਦਗੀ। ਗੁਰੂ ਤੇਗ ਬਹਾਦਰ ਜੀ ਦਾ ਜਪ ਤਪ ਕਰਨਾ, ਔਰ ਗੁਰੂ ਪੁੱਤਰ ਨੇ ਮਾਂ ਗੁਜਰੀ, ਉਹਨਾਂ ਨੇ ਬੜੀ ਵੱਡੀ ਬੰਦਗੀ ਕੀਤੀ, ਬੜਾ ਵੱਡਾ ਜਪ ਤਪ ਕੀਤਾ, ਸਤ ਰੱਖਿਆ। ਫੇਰ ਜਾ ਕੇ ਉਹਨਾਂ ਦੇ ਘਰ ਵਿੱਚ
ਉਹ ਨਿਰੰਕਾਰ, ਉਹ ਅਕਾਲ ਪੁਰਖ, ਉਹ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਜੀ ਆਏ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਬੇਨਤੀ ਕਰੂੰਗਾ ਇੱਕ ਜੇ ਮੰਨ ਲਓ ਭਾਈ, ਜਿਹੜਾ ਕੋਈ ਉੱਠਦਾ ਹੈ ਉਹ ਕਿਸੇ ਰਜੇਵੇਂ ਲਈ ਉੱਠਦਾ ਹੈ, ਜਿਹੜਾ ਕੋਈ ਆਉਂਦਾ ਹੈ ਉਹ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ। ਐਵੇਂ ਧਿਆਨ ਜਾਣਾ ਖਿੰਡ ਲਿਆ ਕਰੂ। ਮੈਂ ਮਸਾਂ ਜੁੜਦਾ ਤੁਹਾਡੇ ਨਾਲ, ਤੇ ਜੇ ਤੁਸੀਂ ਇੱਥੇ ਹਾਜ਼ਰ ਨਹੀਂ ਤੇ ਫਿਰ ਮੈਂ ਕਿਹਨੂੰ ਸੁਣਾਉਣਾ। ਮੈਂ ਜਿਹੜੀ ਵੀ ਵਿਚਾਰ ਕਰਨੀ ਹੈ ਤੁਹਾਡੇ ਨਾਲ ਕਰਨੀ ਹੈ, ਤੇ ਜੇ ਤੁਸੀਂ ਐਨੂੰ ਵੇਖੀ ਜਾਓ, ਐਨੂੰ ਵੇਖੀ ਜਾਓ, ਤੇ ਫਿਰ ਮੈਂ ਵੀ ਉਸ ਤਰ੍ਹਾਂ ਦਾ ਬੋਲ ਕੇ ਮਾਇਆ ਲੈ ਕੇ ਚਲਿਆ ਜਾਊਂ। ਮੇਰਾ ਚਿੱਤ ਕਰਦਾ ਹੈ ਕਿ ਮੈਂ ਆਇਆ ਕੁਝ ਸਾਂਝਾ ਕਰ ਲਈਏ, ਕੁਝ ਤੁਹਾਡਾ ਸਫਲਾ ਹੋ ਜਾਏ, ਕੁਝ ਮੇਰਾ ਸਫਲਾ ਹੋ ਜਾਏ। ਮਾਇਆ ਤਾਂ ਚੱਲੀ ਜਾਏ। ਮੈਂ ਚਾਹੁੰਦਾ ਹਾਂ ਕਿ ਤੁਹਾਡੀ ਸੁਰਤ ਪਰਮੇਸ਼ਰ ਨਾਲ ਜੁੜ ਜਾਏ, ਮੇਰੀ ਵੀ ਜੁੜ ਜਾਏ। ਜਿਹੜੇ 2-4 ਸਵਾਸ ਨੇ ਇਹ ਤਾਂ ਸਫਲੇ ਹੋਣ, ਮੁੜ ਕੇ ਤਾਂ ਝੂਠ ਮਾਰਨੇ, ਮੁੜ ਕੇ ਤੇ ਲਾਲਾ ਲਾਲਾ ਹੋਣੀ ਹੈ। ਮੁੜ ਕੇ ਮੈਂ ਵੀ ਇੱਥੋਂ ਗੱਡੀ ਵਿੱਚ ਬਹਿ ਜਾਣਾ ਹੈ। ਜਿੰਨਾ ਚਿਰ ਅੰਮ੍ਰਿਤਸਰ ਨਹੀਂ ਪਹੁੰਚ ਜਾਂਦਾ ਉਹਨਾਂ ਚਿਰ ਕਈਆਂ ਨੂੰ ਲਾਰੇ, ਕਈਆਂ ਨੂੰ ਲੱਪੇ, ਕਈਆਂ ਨਾਲ ਠੱਗੀ, ਕਈਆਂ ਦੀ ਚੋਰੀ, ਸਾਰਾ ਸੰਸਾਰ ਕਰਦਾ। ਉਹ ਜਿੰਨਾ ਚਿਰ ਪਰਮੇਸ਼ਰ ਦੇ ਕੋਲ ਉਹਨਾਂ ਚਿਰ ਤਾਂ ਬਹਿ ਜੀ ਜੁੜ ਕੇ। ਇੱਕ ਵਾਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਨਾਨਕ ਦੀਨ ਦੁਨੀਆ ਦੇ ਵਾਲੀ, ਉਹ ਸੰਸਾਰ ਨੂੰ ਤਾਰਦੇ ਹੋਏ, ਜਗਤ ਜਲੰਦੇ ਨੂੰ ਠਾਰਦੇ ਹੋਏ, ਮੇਰੇ ਦਾਤੇ ਨੇ ਇਹ ਮਿਸ਼ਨ ਆਰੰਭਿਆ ਕਿ ਇਹ ਜਿਹੜਾ ਮਨੁੱਖ ਆ ਜਿਹਦੇ ਵਿੱਚ ਵੰਡੀਆਂ ਪਾਈਆਂ ਹੋਈਆਂ ਨੇ, ਚੌਹਾਂ ਵਰਨਾਂ ਵਿੱਚ ਇਹਨੂੰ ਵੰਡਿਆ ਹੋਇਆ ਹੈ, ਛਤਰੀ, ਬ੍ਰਾਹਮਣ, ਸ਼ੂਦ, ਵੈਸ਼। ਇਹ ਕਿਉਂ ਧੱਕਾ? ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਔਰ ਮਰਦਾਨਾ ਜੀ ਨੂੰ ਨਾਲ ਲਿਆ ਤੇ ਸੰਸਾਰ ਨੂੰ ਤਾਰ ਲਿਆ। ਭਾਗ ਸਵੱਲੜੇ ਹੋਣ ਵੀਰੋ, ਪਰਮੇਸ਼ਰ ਦੀ ਕਿਰਪਾ ਹੋਵੇ, ਮਾਂ ਬਾਪ ਨੇ ਬੰਦਗੀ ਕੀਤੀ ਹੋਵੇ, ਭੈਣ ਭਰਾਵਾਂ ਦਾ ਜਪ ਤਪ ਹੋਵੇ, ਬੰਦਾ ਫੇਰ ਪਰਮੇਸ਼ਰ ਨਾਲ ਜੁੜ ਸਕਦਾ, ਨਹੀਂ ਤੇ ਨਹੀਂ ਜੇ ਜੁੜ ਸਕਦਾ। ਮੁਆਫ ਕਰਿਓ, ਹੋ ਸਕਦਾ ਮੈਂ ਵੀ ਆਪਣੇ ਸਮੇਂ ਕਾਰ ਨਹੀਂ ਇੱਥੇ ਖਲੋਤਾ ਹੋਵਾਂ, ਕਿਤੇ ਅੱਗੋਂ ਪਿੱਛੋਂ ਮੈਨੂੰ ਤੁਸੀਂ ਨਾ ਹੀ ਦਰਬਾਰ ਵਿੱਚ ਵੇਂਦੇ ਹੋ। ਮੈਂ ਕਿਸੇ ਦੀ ਗੱਲ ਤੇ ਕੀ ਕਰਨੀ, ਮੈਂ ਆਪਣੀ ਕਰਾਂ। ਕੁਝ ਲੋਕ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਦੇ ਭਾਗ ਵਿੱਚ ਹੀ ਨਹੀਂ ਇੱਥੋਂ ਤੱਕ ਦਰਸ਼ਨ ਕਰਦੇ। ਸਾਰਿਆਂ ਦੇ ਭਾਗ ਵਿੱਚ ਨਹੀਂ, ਕਿਉਂਕਿ ਉਹਨਾਂ ਦੇ ਮਾਂ-ਬਾਪ ਨੇ ਬੰਦਗੀ ਨਹੀਂ, ਸੇਵਾ ਨਹੀਂ ਉਹਨਾਂ ਦੇ ਭਾਗ ਵਿੱਚ ਲਿਖਿਆ। ਪਰ ਤੁਸੀਂ ਉਹ ਜਿਨ੍ਹਾਂ ਦੇ ਮਾਂ-ਬਾਪ ਨੇ ਕਿਤੇ ਨਾ ਕਿਤੇ ਧਰਮ ਦੀ ਕਿਰਤ ਵਿੱਚੋਂ ਕੁਝ ਦਾਨ ਕੀਤਾ ਹੋਵੇਗਾ। ਤੁਸੀਂ ਭਾਗ ਵਾਲੇ ਹੋ ਜਿਨ੍ਹਾਂ ਦੇ ਮਾਂ-ਬਾਪ ਨੇ ਕਿਸੇ ਸਾਧੂ ਨੂੰ ਪ੍ਰਸ਼ਾਦਾ ਛਕਾਇਆ ਹੋਵੇਗਾ। ਤੁਸੀਂ ਭਾਗ ਵਾਲੇ ਹੋ ਜਿਨ੍ਹਾਂ ਦੇ ਮਾਂ-ਬਾਪ ਨੇ ਕੋਈ ਵਸਤਰ ਦਾਨ ਕੀਤਾ ਹੋਵੇਗਾ। ਤੁਸੀਂ ਭਾਗ ਵਾਲੇ ਹੋ ਜਿਨ੍ਹਾਂ ਦੇ ਮਾਂ-ਬਾਪ ਨੇ ਧਰਮ ਦੀ ਕਿਰਤ ਕਰਕੇ ਕਿਤੇ ਨਾ ਕਿਤੇ ਜੱਗ ਵਿੱਚ ਹਿੱਸਾ ਪਾਇਆ। ਇਹ ਬਿਨਾ ਸੇਵਾ ਤੋਂ ਜਿਹੜੇ ਹੱਥ ਪੈਰ ਨੇ ਇਹ ਸਫਲੇ ਨਹੀਂ ਹੁੰਦੇ। ਇਹ ਤਾਂ ਸਾਨੂੰ ਮਾਪਿਆਂ ਦਾ, ਭੈਣ ਭਰਾਵਾਂ ਦਾ ਧੰਨਵਾਦ ਕਰਨਾ ਚਾਹੀਦਾ ਜਿਨ੍ਹਾਂ ਦੇ ਸਦਕਾ ਅਸੀਂ ਇੱਥੇ ਬੈਠੇ। ਸਤਿਗੁਰੂ ਸਾਰਿਆਂ ਉੱਤੇ ਕਿਰਪਾ ਕਰੇ। ਬਾਬਾ ਬੁੱਢਾ ਜੀ ਬਚਪਨ ਵਿੱਚ ਮਾਂ-ਬਾਪ ਨੇ ਬੰਦਗੀ ਕੀਤੀ, ਸੇਵਾ ਕੀਤੀ, ਜਪ ਤਪ ਕੀਤਾ, ਪਰਮੇਸ਼ਰ ਨੇ ਭਾਗ ਲਾਇਆ। ਰਮਦਾਸ ਨਗਰ ਦੇ ਕੋਲ ਬਾਬਾ ਬੁੱਢਾ ਜੀ ਬਚਪਨ ਵਿੱਚ ਨੇ 12-13 ਸਾਲ ਦੀ ਉਮਰ ਹੈ। ਉਹ ਜਿਵੇਂ ਮਾਪਿਆਂ ਦਾ ਸੁਭਾਅ ਹੁੰਦਾ ਹੈ ਬੱਚਿਆਂ ਪ੍ਰਤੀ, ਅੱਜ ਦਾ ਯੁੱਗ ਹੈ ਜਿਹੜਾ ਇਹ ਵਿਦਿਆ ਦਾ ਯੁੱਗ ਚੱਲਣ ਦੇ। ਕੋਈ ਯੁੱਗ ਸੀ ਜਦੋਂ ਵਾਹੀ ਕਰਨੀ ਸਿਖਾਈ ਜਾਂਦੀ ਸੀ, ਹਲ ਦੀ ਜੰਗੀ ਫੜ ਕੇ ਹਲ ਵਾਹੁਣਾ ਸਿਖਾਇਆ ਜਾਂਦਾ ਸੀ। ਅੱਜ ਯੁੱਗ ਚੱਲ ਰਿਹਾ ਹੈ ਡਾਕਟਰੀ ਦਾ, ਅੱਜ ਯੁੱਗ ਚੱਲ ਰਿਹਾ ਹੈ ਇੰਜੀਨੀਅਰਿੰਗ ਦਾ, ਅੱਜ ਯੁੱਗ ਚੱਲ ਰਿਹਾ ਹੈ ਆਈਲੈਟਸ ਦਾ। ਹਰ ਯੁੱਗ ਸਮੇਂ ਨਾਲ ਸਮਾਂ ਪਰ ਵੀ ਬਦਲਦਾ ਰਹਿੰਦਾ ਹੈ, ਤਬਦੀਲ ਹੁੰਦਾ ਰਹਿੰਦਾ ਹੈ। ਉਹ ਯੁੱਗ ਸੀ ਜਦੋਂ ਮਾਪੇ ਥੋੜਾ ਜਿਹਾ ਬੱਚਾ ਜਵਾਨ ਹੋਣਾ, ਉਹਨੂੰ ਕਿਰਤ ਵੱਲੇ ਜੋੜਨ ਵਾਸਤੇ ਪਸ਼ੂਆਂ ਦੇ ਮਗਰ ਲਾ ਦੇਣਾ, ਜਾਂ ਖੇਤ ਵੱਲੇ ਘੱਲ ਦੇਣਾ, ਜਾਂ ਰੋਟੀ ਪਾਣੀ ਦੇ ਕੇ ਹਾਲੀਆਂ ਨਾਲ ਤੋਰਨਾ ਕਿ ਇਹਦਾ ਧਿਆਨ ਕਿਰਤ ਵੱਲੇ ਲੱਗ ਜਾਏ। ਇਹੀ ਬਾਬਾ ਬੁੱਢਾ ਜੀ ਨਾਲ ਹੋਇਆ।
ਉਹਨਾਂ ਦੇ ਮਾਪਿਆਂ ਨੇ ਆਪਣੇ ਬੱਚੇ ਨੂੰ ਪਸ਼ੂ ਦੇ ਕੇ ਤੋਰ ਦਿੱਤਾ, ਪਰ ਉਹਨਾਂ ਦੇ ਭਾਗ ਸਵੱਲੜੇ ਉਹ ਪਸ਼ੂ ਚਾਰਦੇ ਨੇ, ਪਰਮੇਸ਼ਰ ਨਾਲ ਇੱਕ ਮਿੱਕ ਹੁੰਦੇ ਨੇ। ਇੱਕ ਦਿਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਲੰਘ ਰਹੇ ਸਨ, ਭਾਗ ਸਵੱਲੜੇ ਸਨ ਉਸ ਬੱਚੇ ਦੇ, ਭਾਗ ਸਵੱਲੜੇ ਸਨ ਉਸ ਬ੍ਰਹਮ ਗਿਆਨੀ ਦੇ, ਵੱਡੇ ਭਾਗ ਸਨ ਬਾਬਾ ਬੁੱਢਾ ਜੀ ਦੇ ਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਕੋਲ ਦੀ ਜਾ ਰਹੇ। ਇੱਕ ਸੰਘਣੇ ਰੁੱਖ ਥੱਲੇ ਮੇਰੇ ਸੱਚੇ ਸਤਿਗੁਰੂ ਬੈਠੇ ਹੋਏ ਨੇ। ਮਰਦਾਨੇ ਨੂੰ ਆਵਾਜ਼ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਨੇ, ਮਰਦਾਨੇ ਰਵਾਬ ਛੇੜ, ਬਾਣੀ ਆਈ ਹੈ, ਤੁਰਕੀ ਬਾਣੀ ਆਈ ਹੈ, ਅਕਾਲ ਪੁਰਖ ਦਾ ਹੁਕਮ ਆਇਆ ਹੈ, ਪਰਮੇਸ਼ਰ ਦਾ ਹੁਕਮ। ਸੱਚੇ ਸਤਿਗੁਰਾਂ ਨੇ ਸ਼ਬਦ ਆਰੰਭ ਦਿੱਤਾ। ਜਦੋਂ ਇਹ ਆਵਾਜ਼, ਮਿੱਠੀ ਆਵਾਜ਼ ਕੰਨਾਂ ਵਿੱਚ ਪਈ, ਬੂੜਾ ਜੀ ਦੇ 12-13 ਸਾਲ ਦਾ ਬੱਚਾ ਉਹ ਖਿੱਚਿਆ ਗਿਆ। ਗੁਰੂ ਨਾਨਕ ਦੇਵ ਜੀ ਦੀ ਆਵਾਜ਼ ਸੁਣ ਕੇ ਦੂਰ ਪਸ਼ੂ ਚਾਰ ਰਿਹਾ ਹੈ, ਉੱਥੋਂ ਮਲਕੜੇ ਜੇ ਤੁਰ ਆਇਆ, ਆਣ ਕੇ ਜਿੱਥੇ ਗੁਰੂ ਨਾਨਕ ਦੇਵ ਜੀ ਕੀਰਤਨ ਕਰ ਰਹੇ ਨੇ ਸਾਹਮਣੇ ਬੈਠ ਗਏ ਔਰ ਆਪ ਵੀ ਅੱਖਾਂ ਮੀਟ ਲਈਆਂ। ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਪਰਮੇਸ਼ਰ ਨਾਲ ਇੱਕ ਮਿੱਕ ਹੋਏ। ਜਦੋਂ ਉਹਨਾਂ ਨੇ ਨੇਤਰ ਖੋਲੇ, ਸਾਹਮਣੇ ਇੱਕ ਬਾਲਕ ਬੈਠਾ ਹੋਇਆ। ਸੱਚੇ ਸਤਿਗੁਰਾਂ ਨੇ ਮਿਹਰ ਕੀਤੀ, ਦਇਆ ਦ੍ਰਿਸ਼ਟੀ ਕੀਤੀ, ਉਹਨੇ ਤਕਦੀਰ ਹੀ ਬਦਲ ਦਿੱਤੀ। ਮੇਰੇ ਦਾਤੇ ਨੇ ਤਕਦੀਰ ਤਾਂ ਉਦੋਂ ਹੀ ਬਦਲੀ ਗਈ ਜਦੋਂ ਮਿੱਠੀ ਆਵਾਜ਼ ਗੁਰੂ ਨਾਨਕ ਦੇਵ ਜੀ ਦੀ ਕੰਨਾਂ ਵਿੱਚ। ਤਕਦੀਰ ਉਦੋਂ ਹੀ ਬਦਲ ਗਈ ਜਦੋਂ ਉਹਦੇ ਮਨ ਵਿੱਚ ਉਛਾਲ ਉੱਠਿਆ ਕਿ ਮੈਂ ਗੁਰੂ ਨਾਨਕ ਦੇਵ ਜੀ ਜਿਹੜੇ ਸਾਧੂ ਸੰਤ ਨੇ ਦਰਸ਼ਨ ਕਰਾਂ, ਕੁਝ ਸਮਾਂ ਕੀਰਤਨ ਸਰਵਣ ਕਰਾਂ। ਔਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਜਦੋਂ ਨੇਤਰ ਖੋਲੇ, ਉਸ ਬਾਲਕ ਦੇ ਸਿਰ ਉੱਤੇ ਹੱਥ ਰੱਖਿਆ, ਪੁੱਛਿਆ, ਪਰਸਪਰ ਪਿਆਰ ਕੀਤਾ ਔਰ ਬੜੀਆਂ ਵਿਚਾਰਾਂ ਹੋਈਆਂ। ਬਾਬਾ ਬੁੱਢਾ ਜੀ ਨੇ ਪੁੱਛਿਆ ਕਿ ਮਹਾਰਾਜ ਕਿਰਪਾ ਕਰੋ, ਕੁਝ ਛਕਣ ਛਕਾਉਣ ਵਾਸਤੇ ਮੈਂ ਲੈ ਕੇ ਆਉਣਾ। ਸਤਿਗੁਰੂ ਉਹਦੀ ਮਿੱਠੀ ਆਵਾਜ਼, ਉਹਦਾ ਪਿਆਰ ਵੇਖ ਕੇ ਕਹਿਣ ਲੱਗੇ ਕਿ ਭਾਈ ਜੋ ਕੁਝ ਤੇਰੇ ਕੋਲ ਹੈ ਲੈ ਆ। ਇਹ ਘਰ ਵਿੱਚ ਗਿਆ, ਇਹਨੇ ਕਹਿੰਦੇ ਕਾੜਨੀ ਵਿੱਚੋਂ ਦੁੱਧ ਉਸ ਵਕਤ ਜੋ ਵੀ ਬਰਤਨ ਹੋਏਗਾ, ਜਿਵੇਂ ਅੱਜ ਕੱਲ ਬਾਲਟੀ ਜੱਗ ਚੱਲਦੇ ਨੇ, ਹੋ ਸਕਦਾ ਕੋਈ ਟਿੰਡੀ ਹੋਵੇ, ਬੂੜਾ ਜੀ ਨੇ ਫੜੀ ਉਹ ਟਿੰਡ ਸਮੇਤ ਮਲਾਈ ਦੇ ਚਾਟੀ ਵਿੱਚੋਂ ਦੁੱਧ ਲੱਦਿਆ ਤੇ ਲੈ ਕੇ ਤੁਰ ਪਏ। ਮਾਂ ਤੰਦੂਰ ਉੱਤੇ ਪ੍ਰਸ਼ਾਦੇ ਲਾ ਰਹੀ ਆ। ਮਾਂ ਨੇ ਵੇਖਿਆ ਕਿ ਬੱਚੇ ਨੇ ਦੱਸਿਆ ਨਹੀਂ, ਬਿਨਾਂ ਪੁੱਛਿਆ ਦੁੱਧ ਲੈ ਕੇ ਚੱਲ ਪਿਆ। ਕਿਹਦੇ ਲਈ ਲੈ ਕੇ ਚੱਲਿਆ, ਕਿੱਥੇ ਲੈ ਕੇ ਚੱਲਿਆ, ਕੌਣ ਉਹ ਲੋਕ ਨੇ? ਮਾਂ ਮਲਕੜੇ ਜੇ ਮਗਰ ਹੋ ਤੁਰੀ। ਮੈਂ ਬੇਨਤੀ ਕਰੂੰਗਾ, ਬੱਚੇ ਸਾਰਿਆਂ ਦੇ ਸਿਆਣੇ ਹੁੰਦੇ ਆ, ਨਲਾਇਕ ਕੋਈ ਨਹੀਂ ਹੁੰਦਾ, ਪਰ ਥੋੜਾ ਜਿਹਾ ਟਾਈਮ ਕੱਢ ਲਿਆ ਕਰੋ। ਜਦੋਂ ਬੱਚੇ ਬਾਜ਼ਾਰ ਨੂੰ ਜਾਣ, ਵੇਖ ਲਿਆ ਕਰੋ ਵੀ ਚੰਗਿਆਂ ਲਾਗੇ ਬਹਿੰਦੇ ਕਿ ਮਾੜਿਆਂ ਲਾਗੇ। ਇਹ ਤਾਂ ਸਾਡੀ ਡਿਊਟੀ ਹੈ। ਫੇਰ ਅਸੀਂ ਕਹਿੰਦੇ ਸਾਡਾ ਬੱਚਾ ਵਿਗੜ ਗਿਆ। ਉਹ ਜਦੋਂ ਮਗਰ ਪੈਰ ਵਾਹੀ ਨਹੀਂ ਰੱਖੀ, ਸਾਡੇ ਕੋਲ ਟਾਈਮ ਹੀ ਨਹੀਂ ਵੀ ਉਹ ਸਾਧਾਂ ਕੋ ਬਹਿੰਦਾ ਹੈ ਜਾਂ ਚੋਰਾਂ ਕੋ ਬਹਿੰਦਾ ਹੈ। ਇਹ ਤਾਂ ਫਿਰ ਪਰਮੇਸ਼ਰ ਹੀ ਜਾਣਦਾ ਹੈ ਨਾ। ਸੁਸਾਇਟੀ ਜਿਹੋ ਜੀ ਹੋਏਗੀ, ਉਹ ਸਾਧੂ ਦੀ ਸੰਗਤ ਵਿੱਚ ਆ ਜਾਓਗੇ, ਤਰ ਜਾਓਗੇ, ਚੋਰਾਂ ਕੋਲ ਬਹਿ ਜਾਓਗੇ, ਜੀਵਨ ਨਰਕ ਹੋ ਜਾਏਗਾ। ਚੋਰਾਂ ਦੇ ਕਿਤੇ ਸਕੂਲ ਆ, ਚੋਰਾਂ ਦੇ ਕਿਤੇ ਕਾਲਜ, ਨਸ਼ਈਆਂ ਦੇ ਕਿਤੇ ਅਕੈਡਮੀਆਂ ਖੁੱਲੀਆਂ ਨੇ। ਉਹ ਇਸੇ ਤਰ੍ਹਾਂ ਹੀ ਇੱਕ ਦੂਜੇ ਨੂੰ ਪਰੋ ਲੈਂਦੇ ਨੇ ਵੀ ਆ ਜਾ ਭਾਈ ਇੱਧਰ ਆਨੰਦ। ਸਾਧੂ ਜੀਵਨ ਸਿਖਾਏਗਾ। ਮਾਂ ਨੇ ਵੇਖਿਆ ਕਿ ਬੱਚਾ ਕਿਤੇ ਕੁਸੰਗਤ ਵਿੱਚ ਨਾ ਬਹਿ ਜਾਏ, ਮਲਕੜੇ ਦੇ ਮਗਰ ਤੁਰ ਆਈ। ਜਦੋਂ ਆਣ ਕੇ ਦਰਸ਼ਨ ਕੀਤੇ, ਬੂੜਾ ਜੀ ਨੇ ਸਾਹਮਣੇ ਸਤਿਗੁਰਾਂ ਦੇ ਦੁੱਧ ਰੱਖ ਦਿੱਤਾ। ਸਤਿਗੁਰਾਂ ਨੇ ਛਕਣਾ ਕੀਤਾ। ਇੰਨੇ ਚਿਰ ਨੂੰ ਮਾਂ ਨੇ ਵੀ ਆਣ ਨਮਸਕਾਰ ਕੀਤੀ। ਗੁਰੂ ਜੀ ਦੇ ਦਰਸ਼ਨ ਕਰਕੇ ਨਦਰੀ ਨਦਰ ਨਿਹਾਲ ਹੋਈ। ਉਸ ਪਰਮੇਸ਼ਰ ਦੇ ਅੱਗੇ ਹੱਥ ਜੋੜੇ, ਮਹਾਰਾਜ ਕਿਰਪਾ ਕੀਤੀ ਜੇ ਤੁਹਾਡੀ ਸੰਗਤ ਵਿੱਚ ਆ ਗਿਆ ਹੈ, ਸਾਧੂ ਦੀ ਸੰਗਤ ਵਿੱਚ ਆ ਗਿਆ ਹੈ, ਮਹਾਂਪੁਰਖਾਂ ਦੀ ਸੰਗਤ ਵਿੱਚ ਆ ਗਿਆ ਹੈ। ਹੁਣ ਮੈਨੂੰ ਇਹ ਡਰ ਨਹੀਂ ਹੈ ਕਿ ਇਹ ਵਿਗੜੇ। ਇਹ ਵਿਗੜੇ ਜਿਹੜਾ ਜੁੜ ਜਾਏ ਉਹ ਟੁੱਟਦਾ ਨਹੀਂ, ਤੇ ਟੁੱਟਦਾ ਹੀ ਉਹੀ ਹੈ ਜਿਹੜਾ ਜੁੜਿਆ ਨਾ ਹੋਏ। ਆਖਰ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਵਿਚਾਰਾਂ ਚੱਲਦੀਆਂ ਰਹੀਆਂ। ਰੋਜ਼ ਗੁਰੂ ਜੀ ਦੇ ਦਰਸ਼ਨ ਦੀਦਾਰ ਕਰਨੇ। ਇੱਕ ਦਿਨ ਸਵਾਲ ਕੀਤਾ ਬੂੜਾ ਜੀ ਨੇ ਕਿ ਮਹਾਰਾਜ ਕੁਝ ਡਰ ਜਿਹਾ ਲੱਗਦਾ ਹੈ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਕਿਸ ਗੱਲ ਤੋਂ ਡਰ ਲੱਗਦਾ ਹੈ? ਕਹਿੰਦੇ ਸੱਚੇ ਪਾਤਸ਼ਾਹ ਉਸ ਪਰਮੇਸ਼ਰ ਕੋਲੋਂ ਜਿਹਨੇ ਸੰਸਾਰ ਵਿੱਚ ਭੇਜਿਆ। ਇੱਕ ਵਾਰ ਸਾਡੇ ਲਾਗੇ ਉਹ ਜਰਵਾਨੇ ਲੰਘੇ ਸਨ,
फौजां नंगियां सन, उन्होंने ना गरीब वेख्या ना अमीर वेख्या, ना उन्होंने कच्ची वेखी ना उन्होंने पक्की फसल वेखी, जो कुछ किसी के हथ लगा लेके बनता तुरया। मैं वेख रहा वो परमेश्वर थोड़ी जी शक्ति रखने वाला बंदा ही मान नहीं, तो वह परमेश्वर जिन्हें सृष्टि साजी है वो किड्डी वड्डी ताकत रखेगा, किते ये ना होए कि कच्ची ही फसल लै जाए। गुरु नानक देव जी कह लगे, बूढ़े तेरियां गल्लां बजुर्गां वर्गियां, बुढ़ियां वर्गियां, दानियां वर्गियां। अज किसी नूं बापू कह दईए, अज किसी नूं बाबा कह दईए तो होर ही तरह वेंदा कि मैनूं बाबा कह दिता। बाबा शब्द बड़ा पवित्रता वाला है। बाबा शब्द, भाई शब्द, ये गुरु नानक देव जी ने कृपा की है, फिर जाके सानू मिले। आखिर गुरु जी ने रहमत की, वो कार सेवा दे पुंज बने। बाबा बुढ़ा जी सिख कौम दे महान प्रचारक सन। बाबा बुढ़ा जी सिख कौम दे महान वो कार सेवा दे पुंज सन, जिन्हां ने अपने सिर उत्ते टोकरी ढोई, जिन्हां ने दूर दराडे तक सिख कौम का प्रचार किया, जिन्हां ने गुरु नानक की संगत विच रह के अपना सारा जीवन समर्पित गुरु नूं समर्पित किया। वीरो एडे वड्डे घराने का मनुख होवे, एडे वड्डा घराना होवे, 22-23 पिंड बाबल दी जगीर होवे, पर उन्होंने चेटक गुरु नानक दे घर दी लग जाए तो फिर वड्डे पहाड़। बाबा बुढ़ा जी समय समय उत्ते गुरु जी कोलों छुट्टी लेके जाते हैं। ये मान मिल गया बाबा बुढ़ा जी नूं कि उन्होंने जदों दूजी पातशाही भाई लहना सेवा करके गुरु ने अंग लाया, अंगद देव बने, उदों गुरता गद्दी का तिलक है जिहड़ा बाबा बुढ़ा जी ने दिता। गज के आखो सतनाम श्री वाहिगुरु। बाबा बुढ़ा जी इन्ने हरमन प्यारे हो गए, गुरु नानक देव जी को एडियां वड्डियां बरकतां उन्होंने मिल गई कि उन्होंने दूजे पातशाह, तीजे पातशाह, चौथे पातशाह, पंजवें पातशाह, इथों तक के गुरु के महल मां गंगा बाबा बुढ़ा जी कोल जाते हैं कि बाबा जी तुहाडे नाल गुरुआं दा वादा कि तुहाडे कोलों गुरु कदे वख नहीं, पुत्र चाहिए, पुत्र चाहिए। तो बाबा बुढ़ा जी ने वेख्या कि मां नूं पुत्र चाहिए, मां पुत्तां नाल ही सोभदी है। मावां भावें होवण परियां, नाल हुसन दे डक डक भरियां, शाही घरी विआहियां वरियां, पैनण पट हंडावण जरियां, ओ पूरा कदे शंगार ना होवे जे गल लालां दा हार ना हो। मां की कीमत पुत्र दे नाल हुंदी है, और पुत्र गुरु कियां नूं भी चाहिए है। बाबा बुढ़ा जी ने जदों मां की ममता वेखी तो प्रसादा छक रहे सन, उन्होंने इन्ने जोर नाल गंढे नूं अपने तली नाल तली मारी गंढे दे उपर, कहंदे गुली निकल के आ गई। बाबा बुढ़ा जी मुस्कुरा के कहन लगे, मां पुत्र होएगा बली जोधा सूरमा दल भंजन, जेड़ा दुश्मनां नूं भाज पाए। उन्होंने अरदास की गुरु नानक देव जी के चरणों में, सच्चे पातशाह मेरी मां नूं पुत्र चाहिदा। मां गुरु दे किरपा नाल, वो गुरु के महल ने, गुरु साडा बाबल है, उन्होंने जेड़े महल ने वो साडी मां है। उम्र विच भावें छोटे ने माता गंगा जी, पर बाबा बुढ़ा जी उन्होंने सत्कार देंदे ने कि मां मैं सेवक हाँ तुहाडा, तुहाडे पुत्तां वांग हाँ। और गुरु नानक देव जी दे अगे अरदास करते हैं। छेवें पातशाह मीरी पीरी दे मालिक दा प्रकाश हुंदा है, बाबा बुढ़ा जी दा अदब सत्कार मान होर चार चन्न लग जाते हैं। बड़ियां वड्डियां सवावां बाबा बुढ़ा जी दियां। आखिर पंचम पातशाह साहब श्री गुरु अर्जन देव जी जदों लाहौर नूं गए, उदों भी बाबा बुढ़ा जी नूं ये मान मिलिया। बाबा बुढ़ा जी नूं ये भी मान मिलिया कि वो जिहड़े पहले सचखंड श्री हरमंदर साहब दे ग्रंथी सन। असी प्यार नाल हैड शब्द वरतदे हां कि हैड ग्रंथी बाबा बुढ़ा जी, पर जे ग्रंथी साहब भी कह लईए तो बड़ा वड्डा रुतबा है बाबा बुढ़ा जी का। और हर पक्ष तो सत्यारू सोच रखने वाले बाबा बुढ़ा जी, शास्त्र और शस्त्र की विद्या बाबा बुढ़ा जी ने छेवें पातशाह नूं दिती। आखिर जंगा होईयां, दूजी जंग
लड़ी गई हरगोबिंदपुरे दी मीरी पीरी दे मालक ने जंग जिੱਤੀ। इत्थे बाबा बुढ़ा जी भाई गुरदास जी नूं याद किया गया। सतगुरु जी दे कोल पहुंचे बाबा बुढ़ा जी। आखिर समा नेड़े जान के 125 साल की आरजू है बाबा बुढ़ा जी। 125 साल। धन बाबा बुढ़ा। एक बार आखो धन बाबा बुढ़ा जी। क्योंकि उन्होंने 12-13 साल की उम्र विच गुरु नानक दे घर विच आए। 125 साल की उन्होंने आरजू हुई। 112-13 साल उन्होंने गुरु नानक दे घर की सेवा की। गुरु नानक दे घर की सेवा ते एक भी दिन इहो जिहा नहीं कि जिस दिन उन्हें आप मंगया होए। गुरु साहबान कहते रहे, सारे ही गुरु साहबान कहते रहे कि बाबा जी कुछ मंगो, ते बाबा बुढ़ा जी सदा ही हाथ जोड़ के गुरु सामने खलोंदे रहे। सच्चे पातशाह मेरे जिन्हां नूं कुछ बनावंदा है, वड्डे हौसले अकल महान दिंदा, नेड़े देगी दे फटकदा रोग नाही, सुंदर जिस्म ते गूढ़ ज्ञान दिंदा, ओ काव वीरता वैद विज्ञान दिंदा, ते दिल मोहन लई मिठी जबान दिंदा, धरती ताना शस्त्र बंदे आस वाले, ते बैंका बरकता सब भगवान दिंदा। सब ओदियां वड्डियाईयां सब ओही बना के भेजदा। जे मनुख चाहे ना, मैं चाहां ते मैं ते चाहना है भी वर्ल्ड का ही संचालक होवां, मैं वर्ल्ड नूं चलावां, पर नहीं नहीं उन्हें बना के भेजिया। जेड़ा जेड़ा काम कोई कर सकता है उन्होंने ओहो जी बरकत दी है परमेश्वर ने। जे मैं कहां भी मैं देश नूं सांभ सकदा है, नहीं नहीं मेरी तो ड्यूटी उन्हें लाई है भी तू गुरु का जस करना है ते लोकां नूं सुणा। ये ओदे हुक्म विच चलदा है, ओदे हुक्म विच ही पाउन, ओदे हुक्म विच ही अग्नि, ओदे हुक्म विच ही ब्रह्मंड। ठीक है बंदा चलण वास्ते थोड़ा बहुता ते घूंघा रखदा ही है ना। निआणिआं नूं दबके मारी दे जे मैं ना होवां ते तुहानूं लग पता जाए। जिद्दण मैं अखां मीट गया तुहाडीआं अखां खुल जाणीआं है, पर इत्थे तां ओह हो गुजरे आ। पता नहीं कदों तो धरती वसी ते कितने इत्थों चले गए। संसार वसी जा रहा है, ये वसी जाएगा, चली जा रहा है, चलाई जाएगा। कोई इहनूं नाश नहीं कर सकता क्योंकि परमेश्वर दा रचिया। आ जिहड़ा पंथ है ये भी गुरु ने पैदा किया है, इनू भी कोई मुका नहीं सकता। आखिर बाबा बुढ़ा जी गुरु हरगोबिंद पातशाह दे कोल बैठे हुए ने। परिवार आया है लैण वास्ते, जिंद वोटी मरन वारे लै जा सी परनाए। सतगुरु जी कहते ने बाणी विच कहते ने कि असी सब मकलावन हार हाँ, सब ने सौरे जाना है, असी सब तरीमता हाँ। हाँ भावें पुरख पर उस परमेश्वर दियां तरीमता हाँ, सानू जाना पैना है। जिस दिन वो मालक आ गया डोली पैना पैना है। पर अगे जाके जेड़ा वखाला है वो नाम दा पाएगा, अगे वखाला सेवा दा पाएगा, अगे वखाला धर्म की किरत विचों जेड़ा दान कीता होएगा ओदा वखाला पाएगा। आ जेड़े दुनियावी मैं माया कट्ठी करदा फिरदा ये ते इत्थे रह जानी, ये नहीं नाल जानी। सिर्फ ते सिर्फ जिवें बच्चे कहते हैं ना भी उधर जाके कनेडा अमेरिका विच करंसी बदलनी पैंदी, फिर उत्थे भी तां बदलनी पऊ ना। उत्ते जाके उत्थे करंसी काम नहीं आनी, उत्थे नाम की करंसी काम आनी है। आखिर बाबा बुढ़ा जी ने आग्ञा मंगी, सच्चे पातशाह कृपा करो हुण आग्ञा देवो। बाबा बुढ़ा जी अपने परिवार दे नाल रमदास विच आ गए। समा नेड़े जान के बाबा बुढ़ा जी ने छेवें पातशाह मीरी पीरी दे मालक गुरु हरगोबिंद पातशाह ने एक आवाज मारी, मिल मेरे प्रीतमा जियो हुण तुद बिन खड़ी नमाणी मेरे मालक, मेरियां अखां बंद होण वालियां ने सदा सदा लई। ये एक बार जदों बंद हो गईयां फिर खुलणियां नहीं। मैं तेरी धी हां ते धी नूं जदों बाबल डोली पावे अगले घर विच ओदा वड्डा मान हुंदा। तू मेरा बाबल है ना, मैं डोली पैन लगी हाँ, तू आन के पावे ते फिर वड्डी गल बनदी है। बाबा बुढ़ा जी रमदास विच बैठे हुए ने। कई को गुरु हरगोबिंद पातशाह रमदास तो हरगोबिंदपुरे वाले बैठे हुए ने। परस्पर प्यार जेड़ी दिल दी वेदना एक हूक
ਜਿਹੜੀ ਬਾਬਾ ਬੁੱਢਾ ਜੀ ਨੇ ਅੰਦਰੋਂ ਆਵਾਜ਼ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਾਰੀ ਕਿ ਸੱਚੇ ਪਾਤਸ਼ਾਹ ਅੱਖਾਂ ਬੰਦ ਹੋਣ ਤੋਂ ਪਹਿਲਾਂ, ਸਵਾਸ ਰੁਕਣ ਤੋਂ ਪਹਿਲਾਂ ਇੱਕ ਵਾਰ ਸਦਾ ਮੇਰੇ ਕੋਲੋਂ ਤੁਸੀਂ ਕਦੀ ਪਾਸੇ ਨਹੀਂ ਹੋਏ, ਪਰ ਮੈਂ ਚਾਹਣਾ ਕਿ ਸਦਾ ਸਦਾ ਲਈ ਤੇਰੀ ਤਸਵੀਰ ਮੇਰੇ ਹਿਰਦੇ ਦੇ ਅੰਦਰ ਵਸ। ਚਰਖੇ ਕੱਤੀਆਂ ਪੂਣੀਆਂ ਮੇਲਾਪ ਤੋੜੇ ਜੁੱਟੀਆਂ, ਅਟੇਰ ਨੇ ਨਾ ਅੱਟੀਆਂ ਨਾ ਹੋਂਦੇ ਰਹੀ ਗਾਲੋਟੀਆਂ। ਕੁਝ ਫਾਟੀ ਖਿੱਲੀਆਂ ਚਰਮਖਾਂ ਸੋ ਤੱਕਲਾ ਵਾਲ ਖਾਰਿਆ, ਜਿੰਦ ਚੱਲੀ ਮੈਂ ਚੱਲੀ ਪਰ ਦੇਸ ਆ ਮਿਲ ਪਿਆਰਿਆ, ਆ ਮਿਲ ਪਿਆਰਿਆ। ਚਰਖ ਕੱਤੀਆਂ ਪੂਣੀਆਂ ਮੇਲਾਪ ਤੋੜੇ ਜੁੱਟੀਆਂ, ਅਟੇਰ ਨੇ ਨਾ ਅੱਟੀਆਂ ਨਾ ਹੋਂਦੇ ਰਹੀ ਗਾਲੋਟੀਆਂ। ਕੁਝ ਫੱਟ ਹਿੱਲੀਆਂ ਚਰਮਖਾਂ ਸੋ ਤੱਕਲਾ ਵਾਲ ਖਾਰਿਆ, ਜਿੰਦ ਚੱਲੀ ਮੈਂ ਚੱਲੀ ਪਰ ਦੇਸ ਆ ਮਿਲ ਪਿਆਰਿਆ, ਆ ਮਿਲ ਪਿਆਰਿਆ। ਖਿੱਚਾਂ ਨੇ ਦੋਨੋਂ ਪਾਸਿਓਂ ਇੱਕ ਸਮੇਂ ਦੀ ਇੱਕ ਪਿਆਰ ਦੀ, ਲਹਿਰਾਂ ਚੱਲਣ ਦੋ ਪਾਸਿਓਂ ਇੱਕ ਜਿੱਤ ਦੀ ਇੱਕ ਹਾਰ ਦੀ। ਏ ਨੂਰੀ ਦਰਸ਼ ਪ੍ਰੀਤਮਾ ਜੀਵਨ ਤੇ ਮਰਨ ਸਵਾਰਿਆ, ਜਿੰਦ ਚੱਲੀ ਮੈਂ ਚੱਲੀ ਪਰ ਦੇਸ ਆ ਮਿਲ ਪਿਆਰਿਆ, ਆ ਮਿਲ ਪਿਆਰਿਆ। ਪ੍ਰੀਤਮ ਕੀ ਖੇਲ ਪੁਜਾਰਤਾਂ ਜੀਵਨ ਮਰਨ ਦੀ ਕਾਰ ਤੋਂ, ਦਿਲ ਛਲਕਦਾ ਸਾ ਢਲਕਦਾ ਜਿਉਂ ਗੂੰਜ ਵਿਛੜੀ ਡਾਰ ਤੋਂ। ਓ ਲੱਖ ਰਵੀ ਸੱਸਾਂ ਤੋਂ ਸੋਹਣਿਆ ਕਰ ਚਾਨਣ ਚੁੱਕ ਅੰਧਿਆਰਿਆ, ਲੱਖ ਰਵੀ ਸੱਸਾਂ ਤੋਂ ਸੋਹਣਿਆ ਕਰ ਚਾਨਣ ਚੁੱਕ ਅੰਧਿਆਰਿਆ, ਜਿੰਦ ਚੱਲੀ ਮੈਂ ਚੱਲੀ ਪਰ ਦੇਸ ਆ ਮਿਲ ਪਿਆਰਿਆ, ਆ ਮਿਲ ਪਿਆਰਿਆ। ਨਾਨਕ ਦੇ ਅੰਗੋਂ ਉਪਜ ਕੇ ਹਾਂ ਉਪਜ ਕੇ, ਨਾਨਕ ਦੇ ਅੰਗੋਂ ਉਪਜ ਕੇ ਅੰਗਦ ਤੋਂ ਅਮਰ ਹੋ ਗਿਆ। ਰਾਮਦਾਸ ਸੋਢੀ ਗੁਰੂ ਅਰਜਨ ਤਾਰੀ ਤਾਰਨ ਜੋਗਿਆ। ਓ ਹਰ ਜਿਉ ਗੋਬਿੰਦ ਜਿਉ ਪਾਰੀਤਾਂ ਦੇ ਵਨ ਜਾਰਿਆ, ਜਿੰਦ ਚੱਲੀ ਮੈਂ ਚੱਲੀ ਪਰ ਦੇਸ ਆ ਮਿਲ ਪਿਆਰਿਆ, ਆ ਮਿਲ ਪਿਆਰਿਆ। ਕਦੇ ਟੈਕਦੀ ਕਦੇ ਸਹਿਕਦੀ ਜਿੰਦ ਆ ਰੁਕੇ ਰਕਸ਼ਾ ਤੇ, ਤੇਰੇ ਨੀਲੇ ਜਿੱਥੋਂ ਲੰਘਣਾ ਦਿਆਂ ਬੌਕਰਾ ਉਸ ਰਾਹ ਤੇ। ਮੁਹੱਬਤ ਦੇ ਵਨ ਜਾਰਿਆ ਗਲ ਲਾਲ ਤਾਰਨ ਹਾਰਿਆ, ਮੁਹੱਬਤ ਦੇ ਵਨ ਜਾਰਿਆ ਗਲ ਲਾਲ ਤਾਰਨ ਹਾਰਿਆ, ਜਿੰਦ ਚੱਲੀ ਮੈਂ ਚੱਲੀ ਪਰ ਦੇਸ ਆ ਮਿਲ ਪਿਆਰਿਆ, ਆ ਮਿਲ ਪਿਆਰਿਆ। ਅਸੀਂ ਚਰਨ ਤੇਰੇ ਧੋਣ ਲਈ ਨੈਣਾ ਚ ਰੱਖਿਆ ਨੀਰ ਹੈ, ਸਾਨੂੰ ਬਖਸ਼ ਬਖਸ਼ਣ ਹਾਰਿਆ ਜੇ ਹੋਈ ਕੋਈ ਤਕਸੀਰ ਹੈ। ਮੇਲਾਪ ਹੈ ਜਾਂ ਬਿਰਹੜਾ ਹੈ ਕੁਝ ਤਾਂ ਗੁਣ ਗੁਨਾਰਿਆ, ਜਿੰਦ ਚੱਲੀ ਮੈਂ ਚੱਲੀ ਪਰ ਦੇਸ ਆ ਮਿਲ ਪਿਆਰਿਆ, ਆ ਮਿਲ ਪਿਆਰਿਆ। ਨਰਾਲੇ ਨੂੰ ਲੱਜਵਾਲੇ ਨੂੰ ਦਰਖਾਸਤ ਹੈ ਗੁਰਦੇਵ ਨੂੰ, ਇਹ ਪ੍ਰੀਤ ਕਹਾਣੀ ਲਿਖਣ ਲਈ ਬਲ ਬੁੱਧ ਦੇਵੋ ਬਲਦੇਵ ਨੂੰ। ਓ ਆ ਗਏ ਗਲ ਲਾ ਗਏ ਅਸੀਂ ਉਤਰੇ ਸਨ ਪਰਵਾਰਿਆ, ਜਿੰਦ ਚੱਲੀ ਮੈਂ ਚੱਲੀ ਪਰ ਦੇਸ ਆ ਮਿਲ ਪਿਆਰਿਆ, ਆ ਮਿਲ ਪਿਆਰਿਆ, ਆ ਮਿਲ ਪਿਆਰਿਆ।
ਜੀਂਦੇ ਰਹੋ। ਨਰਾਲੇ ਨੂੰ ਲੱਜ ਵਾਲੇ, ਉਹ ਲੱਜਾਂ ਵਾਲਾ ਹੈ, ਉਹ ਪੱਤਾਂ ਵਾਲਾ ਹੈ, ਉਹ ਪਰਮੇਸ਼ਰ ਹੈ। ਜਿਹਦੇ ਸਿਰ ਉੱਤੇ ਹੱਥ ਰੱਖ ਦੇਵੇ ਉਹ ਤਾਂ ਗਰੀਬਾਂ ਦੀਆਂ ਪੱਤਾਂ ਰੱਖ ਲੈਂਦਾ। ਗਰੀਬ ਦੀ ਭੜੋਲੀ ਵਿੱਚ ਆਟਾ ਨਾ ਹੋਵੇ ਤੇ ਜਦੋਂ ਉਹਦੀ ਵਡਿਆਈ ਬਣਾਉਣੀ ਹੋਵੇ, ਛੇਵੇਂ ਪਾਤਸ਼ਾਹ ਆਪ ਚੱਲ ਕੇ ਆ ਜਾਂਦਾ, ਉਹਦੇ ਘਰ ਵਿੱਚ ਲੰਗਰ ਲੱਗ ਜਾਂਦਾ। ਭਾਈ ਪੱਲਾ ਗੁਰੂ ਕਾ ਸਿੱਖ, ਇੰਨੀ ਰਹਿਮਤ ਕਰ ਦਿੱਤੀ ਉਸ ਪਰਮੇਸ਼ਰ ਨੇ ਕਿ ਉਹਦਾ ਜਸ ਚੌਹੀ ਕੁੰਟੀ ਹੋ ਗਿਆ। ਮੱਖਣ ਸ਼ਾਹ ਲਬਾਣਾ ਮੰਝ ਧਾਰ ਵਿੱਚ ਬੇੜਾ ਡੁੱਬਣ ਲੱਗਾ। ਸਿੱਖ ਹੈ ਗੁਰੂ ਨਾਨਕ ਦਾ, ਗੁਰੂ ਨਾਨਕ ਦੇ ਘਰ ਦਾ ਸ਼ਰਧਾ ਵਾਲਾ ਸਿੱਖ, ਓਟ ਰੱਖਣ ਵਾਲਾ ਗੁਰੂ ਨਾਨਕ ਦੇ ਘਰ ਉੱਤੇ। ਜਦੋਂ ਛੱਲਾਂ ਵੱਜੀਆਂ, ਬੇੜੇ ਦਾ ਜਿਹੜਾ ਬੈਲੈਂਸ ਹੈ ਖਰਾਬ ਹੋ ਗਿਆ। ਜਿਹੜੇ ਚਲਾ ਰਹੇ ਸਨ ਉਹਨਾਂ ਸਾਰਿਆਂ ਨੇ ਕਿਹਾ, ਮੱਖਣ ਸ਼ਾਹ ਹੁਣ ਸਮਾਪਤੀ ਹੈ, ਤੇਰਾ ਕੁਟੰਬ ਨਹੀਂ ਬਚੇਗਾ, ਸਾਡੇ ਹੱਥ ਖੜੇ। ਜਿਤਨਾ ਆਂधी ਤੂਫਾਨ ਆ ਗਿਆ ਇਹ ਨਹੀਂ ਬਚੇਗਾ। ਹੁਣ ਜਿਹੜਾ ਤੇਰਾ ਕੋਈ ਇਸ਼ਟਾ ਜਿਹਨੂੰ ਤੂੰ ਮੰਨਦਾ ਹੈ ਉਹਨੂੰ ਯਾਦ ਕਰ ਲੈ। ਹੁਣ ਅੰਤ ਸਮੇਂ ਸਤਿਗੁਰ ਜੀ ਵੀ ਕਹਿੰਦੇ ਆ, ਅੰਤ ਕਾਲ ਜੋ ਨਰੈਣ ਸਿੰਘ। ਸਤਿਗੁਰ ਜੀ ਉਹਨਾਂ ਦੀ ਅਵਸਥਾ ਵੀ ਦੱਸਦੇ ਆ ਜਿਹੜੇ ਅੰਤ ਵੇਲੇ ਨਿਆਣਿਆਂ ਨੂੰ ਦਵਾ ਦਵ ਦੱਸੀ ਜਾਂਦੇ ਵੀ ਫਲਾਣੇ ਤੋਂ ਵੀ ਲੈਣਾ ਜੇ, ਫਲਾਣੇ ਤੋਂ ਵੀ ਲੈਣਾ ਜੇ। ਤੇ ਜੇ ਕੋਈ ਲੈਣ ਵਾਲਾ ਕੋਲ ਖਲੋਟਾ ਹੋਵੇ ਤੇ ਉਹ ਆਖੇ ਨਾ ਵੀ ਮੇਰਾ ਵੀ ਜਹੇਦਾਰਾ ਦੱਸ ਦੇ, ਉਦੋਂ ਚੁੱਪ ਕਰ ਜਾਂਦੇ ਵੀ ਦੇਣ ਵਾਲੇ ਦਾ ਨਹੀਂ ਦੱਸਣਾ। ਅੰਤ ਸਮੇਂ ਜਿਹੜਾ ਬੱਚਿਆਂ ਨੂੰ ਆਵਾਜ਼ਾਂ ਮਾਰਦਾ ਹੈ ਪਰਮੇਸ਼ਰ, ਉਹਦਾ ਵੀ ਬਾਣੀ ਵਿੱਚ ਦੱਸਦਾ। ਪਰ ਗੱਲ ਉਹਨਾਂ ਦੀ ਚੱਲਣੀ ਜਿਹੜੇ ਅੰਤ ਸਮੇਂ ਪਰਮੇਸ਼ਰ ਨੂੰ ਸਮਝਦੇ। ਅੰਤ ਸਮੇਂ ਵੇਖਿਆ ਮੱਖਣ ਸ਼ਾਹ ਲਬਾਣੇ ਨੇ ਕਿ ਹੁਣ ਸਾਰਿਆਂ ਨੇ ਹੀ ਹੱਥ ਖੜੇ ਕਰ ਦਿੱਤੇ ਹੈ। ਉਹਨੇ ਗਲ ਵਿੱਚ ਪੱਲਾ ਪਾਇਆ, ਸਮੇਤ ਪਰਿਵਾਰ, ਸਮੇਤ ਕੁਟੰਬ, ਸਾਹਮਣੇ ਮੌਤ ਨਜ਼ਰ ਆ ਰਹੀ ਹੈ, ਪਲ ਭਰ ਦੀ ਕਹਾਣੀ ਹੈ, ਬੇੜਾ ਡੁੱਬ ਜਾਏ। ਉਹਨੇ ਅਰਦਾਸ ਕੀਤੀ, ਸੱਚੇ ਸਤਿਗੁਰੂ ਨਾਨਕ ਦੇਵ ਜੀਓ, ਮੈਂ ਸਦਾ ਤੇਰੇ ਘਰ ਦੀ ਸੇਵਾ ਕੀਤੀ ਤੇ ਤੂੰ ਸਦਾ ਗਰੀਬਾਂ ਦੀ ਪੱਤ ਰੱਖੀ ਹੈ। ਡੁੱਬਣਾ ਲੱਗਿਆ ਨੂੰ ਤੂੰ ਤਾਂ ਜਿਹੜੇ ਹਾਥੀ ਨੇ ਗੱਜ ਗਰਾਹ ਤੇ ਛੁੱਟਾ, ਸਤਿਗੁਰੂ ਤੁਸੀਂ ਤਾਂ ਆਵੀ ਵਿੱਚੋਂ ਬਿੱਲੀ ਦੇ ਬੱਚੇ ਰੱਖ ਲੈਂਦੇ ਹੋ। ਹੁਣ ਮੈਂ ਅੰਤ ਸਮੇਂ ਤੈਨੂੰ ਯਾਦ ਕਰਦਾ, ਤੂੰ ਸਹਾਈ ਹੋ। ਇੰਨੀ ਜੁੜ ਕੇ ਅਰਦਾਸ ਕੀਤੀ ਮੱਖਣ ਸ਼ਾਹ ਲਬਾਣੇ ਨੇ ਕਿ ਗੁਰੂ ਤੇਗ ਬਹਾਦਰ ਜੀ ਨੇ ਉਹਦੇ ਡੁੱਬਦੇ ਬੇੜੇ ਨੂੰ ਮੁੱਢ ਉਹਦਾ ਬੇੜਾ ਤਾਰਿਆ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਜਿਹੜੇ ਅਰਦਾਸ ਕਰਦੇ ਆ, ਜਦੋਂ ਮੱਖਣ ਸ਼ਾਹ ਲਬਾਣਾ ਵਪਾਰ ਕਰਕੇ ਵਾਪਸ ਆਇਆ, 500 ਮੋਹਰ ਸੁੱਖੀ ਸੀ ਨਾ, ਉਹਨੇ 22 ਮੋਹਰਾ ਸਾਰਿਆ 5 ਚੜਾਈ ਗਿਆ। ਜਦੋਂ ਕਿਸੇ ਵੀ ਸੁਖਣਾ ਵੰਗਾਰ ਕੇ ਨਾ ਲਈ ਤੇ ਉਹਨੇ ਪੁੱਛਿਆ ਪਿੰਡ ਦੇ ਦਾਨੇ ਸੱਜਣਾ ਨੂੰ ਵੀ ਕੋਈ ਹੋਰ ਵੀ ਇੱਥੇ ਬੰਦਗੀ ਕਰਦਾ ਹੈ? ਉਹਨਾਂ ਕਿਹਾ ਹਾਂ ਕਰਦਾ ਹੈ। ਉਹ ਸਾਹਮਣੇ ਜਿਹੜਾ ਭੋਰਾ ਹੀ ਉਹਦੇ ਵਿੱਚ ਬੈਠਾ ਹੀ ਗੁਰੂ ਦਾ ਪੁੱਤਰ, ਉਹਦਾ ਨਾਮ ਹੀ ਤਿਆਗ ਮੱਲ, ਉਹਦੇ ਹੀ ਇੱਥੇ ਨਾਨਕੇ, ਉਹਦੀ ਮਾਂ ਉੱਤੇ ਲੋਕ ਰੱਖਦੇ ਬੇਬੇ ਨਾਨਕੀ ਉੱਤੇ ਸ਼ਰਧਾ, ਜਾ ਉੱਥੇ ਚਲਾ ਜਾ। ਮੱਖਣ ਸ਼ਾਹ ਲਬਾਣੇ ਨੇ ਜਦੋਂ ਜਾ ਕੇ ਮੱਥਾ ਟੇਕਿਆ ਨਾ 5 ਮੋਹਰਾਂ ਤੇ ਸੱਚੇ ਸਤਿਗੁਰੂ ਕਹਿਣ ਲੱਗੇ, ਉਹ ਮੱਖਣ ਸ਼ਾਹ, ਗੁਰੂ ਨਾਨਕ ਦੇ ਘਰ ਨੂੰ ਸੋਨੇ ਦੀ ਲੋੜ ਨਹੀਂ, ਗੁਰੂ ਨਾਨਕ ਦੇ ਘਰ ਨੂੰ ਜਗੀਰਾਂ ਦੀ ਲੋੜ ਨਹੀਂ, ਗੁਰੂ ਨਾਨਕ ਦੇ ਘਰ ਨੂੰ ਮਾਇਆ ਦੀ ਲੋੜ ਨਹੀਂ। ਉਹ ਪਰ ਗੁਰੂ ਨਾਨਕ ਦਾ ਸਿੱਖ ਕਦੋਂ ਦਾ ਇਹਨੇ ਮਨ ਬਣਾ ਲਿਆ ਹੈ ਕਿ ਗੁਰੂ ਨਾਲ 500 ਮੋਹਰ ਦਾ ਵਾਅਦਾ ਕਰਕੇ ਤੇ ਚੜਾਉਣੀਆਂ 5। ਜਦੋਂ ਕਹਿੰਦੇ ਗੁਰੂ ਨਾਨਕ ਨੇ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ, ਉਹਨੇ 500 ਮੋਹਰ ਰੱਖ ਕੇ ਅੱਗੇ ਨੇਤਰਾਂ ਰਾਹੀਂ ਇੰਨਾ ਜਲ ਆਇਆ ਕਿ ਸਤਿਗੁਰ ਜੀ ਦੇ ਚਰਨ ਧੋ ਦਿੱਤੇ। ਉਹਨੇ ਕੋਠੇ ਉੱਤੇ ਚੜ ਕੇ ਪੱਲੂ ਫੇਰ ਦਿੱਤਾ, ਗੁਰੂ ਲਾ ਦੋ ਰੇ ਗੁਰੂ ਲਾ ਦੋ। ਐਸੇ ਐਸੇ ਸਿੱਧਕੀ ਸਿੱਖ ਜਿਨ੍ਹਾਂ ਨੇ ਗੁਰੂ ਨੂੰ ਭਾਲਿਆ, ਜਿਨ੍ਹਾਂ ਨੇ ਗੁਰੂ ਨੂੰ ਜਾਣਿਆ, ਜਿਨ੍ਹਾਂ ਨੇ ਗੁਰੂ ਨੂੰ ਲੱਭਿਆ। ਉਹਨਾਂ ਵਿੱਚ ਇੱਕ ਬਾਬਾ ਬੁੱਢਾ ਸੀ। ਜਦੋਂ ਦੂਜੇ ਪਾਤਸ਼ਾਹ ਸੱਚੇ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਮਾਈ ਭਰਾਈ ਦੇ ਘਰ ਵਿੱਚ ਆ ਗਏ,
बाहरों दरवाजा बंद कर दिता, हुक्म हो गया भी साडे मत्थे कोई ना लगे। उदों भी बाबा बुढ़ा जी ने लभ्या। तीजे पातशाह जदों दातू ने लत मारी, तीजे पातशाह नूं तख्त उत्तों सुट दिता। सच्चे सतगुरु उठो चल पाए, घोड़ी उत्ते चढ़ के आ गए बासर के गिल्लां विच। पिंड तो बार-बार कमरे विच बह गए, आण के बाहर लिखवा दिता कि जेड़ा साडा कुंडा खुलेगा वो साडा सिख ही। बड़ा करड़ा बचन सी। आखिर बाइबल होईयां संगतां गुरु दे दर्शनां तो रह नहीं सकदियां कीतियां तो बिना। बाबा बुढ़ा जी नूं बेनती कीती, बाबा बुढ़ा जी वड्डे गुरुआं दा तुहाडे नाल वादा भी तुहाडे तो ओले कदी। ते बाबा बुढ़ा जी कहंदे इह किहड़ी गल आ? गुरु नानक ही गुरबाणी दा बड़ा सत्कार बड़ा अदब करदे। घोड़ी लेके आओ जिहदे उत्ते सच्चे सतगुरु चढ़ के गए। कहंदे ने घोड़ी पेश की गई, ਉਹਦੇ ਉੱਤੇ काठी कसी गई, ਉਹਨੂੰ लगामां ਦਿੱਤੀਆਂ गईयां, घोड़ी ਦੀਆਂ लगामां घोड़ी ਉੱਪਰ ਸੁੱਟ ਦਿੱਤੀਆਂ। बाबा बुढ़ा जी ने कहा कि शब्द पढ़ो, जे गुरु नूं मनाउणा जे गुरु पाउणा तां फिर शरधा तां रखनी पएगी ना। बाणी दे शब्द तां पढ़ने पैणगे ना। पालियां गलां विच ढोलकियां फड़ लईआं खड़ताला, तुर पे गोइंदवाल दी पवित्र धरती उत्तों। आखिर आण के बासर के गिल्लां विच घोड़ी दरवाजे दे बाहर खलो गए जिथे सच्चे सतगुरु अंदर बैठे। हुण सामने लिखिआ कि जेड़ा साडा कुंडा खोलू वो साडा सिख ही। ते बाबा बुढ़ा जी ने सिखा ने कहा भी बाबा जी हुण उन्हें कहा कोई नहीं ला लेने कोई जुगती। रंधावे सन ना बाबा जी, जट सन बाबा जी। उन्होंने कंधाला मंगाया भी लेके आओ। कंधाला आ गया। उन्होंने जिस पासे सतगुरां दा मुख है ना दरवाजे वाले, उस पासे दरवाजा नहीं खोलिया, उन्हें मगरों सन लाता। उन्होंने कंध नूं पाड़ लाता ते बाबा बुढ़ा जी सन थानी अंदर चले। जदों गुरु दे नेत्र खुले ते गुरु जी ने पहला शब्द वरत्या, बाबा जी बाहर लिखिया पढ़िया नहीं? उन्हें कहा जी तुहाडा बचन टल है। ते फिर आए कहंदी। बाबा बुढ़ा जी मुस्कुरा के कहंदे सच्चे पातशाह जरा मगर नूं झात पाओ, हाँ उधर भाग लगे, उधर भाग लगे। जदों गुरु जी ने वेख्या कि सन लगी है, सतगुरु उठे, बाबा बुढ़ा जी नूं गल वकड़ी विच लेके ओदा मस्तक चुम के कहा, बाबा बुढ़ा इस सन नूं असीं मुक्ति दा सर कहने आ, जेड़ा इस सन विच दी लंघ जाएगा उन्होंने मुक्ति दे देवांगे। गज के आखो सतनाम। एडी वड्डी हस्ती सन बाबा बुढ़ा जिन्हां दा जीवन मैं बयान कर रहा। गुरु एवें नहीं मगर मगर तुरिया फिरदा सिखो, गुरु दे होना पैंदा, गुरु नूं अपना आप समर्पित करना पैंदा, फिर गुरु मोढे दे। कौन कहंदा है कि गुरु बौड़दा नहीं? वो मेरे वर्गे कच्चे सिख, मेरे वर्गे उन्हां दे आखे गुरु नहीं आउंदा। जेड़े किरत करदे ने, नाम जपदे ने, कमाई धर्म दी करदे ने, गुरु तां मगर मगर तुरिया। एक बार बाबा बुढ़ा जी वो सचखंड श्री हरमंदर साहिब आउंदे आ। सिख उन्हां नूं फड़ के लैके आउंदे आ क्योंकि बिरध अवस्था। गुरु हरगोबिंद पातशाह मीरी पीरी दे मालक ने हुक्म कीता कि बाबा बुढ़ा जी वास्ते वधिया पालकी बनाई जाए। ये पालकी विच बैठ के आउण क्योंकि गुरु नानक दे घर विच इन्हां दा वड्डा सत्कार है। जदों सिखां नूं पता लगा, सिखां ने पालकी बाबा बुढ़ा जी वास्ते बना के वधिया लैके आंदी। बाबा बुढ़ा जी पालकी विच बैठ के आउंदे ने अपने जिथे उन्हां दा आसन है उत्थों चल के हरमंदर तक, और बाहरले दरवाजे कोल आण के जदों सिख रखदे है असीसां लैंदे। बाबा बुढ़ा जी दी पालकी नूं हर सिख चाहुंदा है कि मैं मोढा देवां। जिवें अज अमृत वेले हर सिख चाहुंदा है गुरु दी पालकी नूं मेरा मोढा छो जाए, मेरा आया सफला हो जाए। बाबा बुढ़ा जी इन्ने सिद्दकी सिख सन, एडे वड्डे ब्रह्म ज्ञानी सन। हर सिख चाहुंदा सी कि मैं बाबा बुढ़ा जी दी पालकी नूं मोढा देवां। एक दिन सतगुरु उच्ची थां ते खलो के वेख रहे सन सिखां दे मन दी वेदना, सिखां दे मन दी भावना। प्यार जाग्या मेरे पातशाह दे मन अंदर। सच्चे सतगुरु मार के मुगड़ और आ गए। बाबा बुढ़ा जी दी पालकी नूं जदों मोढा देन लगे ना, किसे नहीं सियाणिया। बाबा बुढ़ा जी पालकी विचों बोले, सच्चे पातशाह वेखियो जे मेरी थां तेरे मोढियां उत्ते नहीं तेरे चरनां विच। बाबा बुढ़ा जी
ਹੁਕਮ ਹੋਇਆ ਕਿ ਪਾਲਕੀ ਰੱਖੀ ਜਾਏ। ਪਾਲਕੀ ਰੱਖੀ ਗਈ। ਸਾਹਮਣੇ ਛੇਵੇਂ ਪਾਤਸ਼ਾਹ ਖਲੋਤੇ ਹੋਏ ਨੇ। ਬਾਬਾ ਬੁੱਢਾ ਜੀ ਪਾਲਕੀ ਵਿੱਚੋਂ ਬਾਹਰ ਆਏ। ਉਹਨਾਂ ਨੇ ਸਤਿਗੁਰੂ ਦੇ ਚਰਨਾਂ ਉੱਤੇ ਮੱਥਾ ਟੇਕਿਆ, ਕਿਹਾ ਸੱਚੇ ਪਾਤਸ਼ਾਹ ਮੇਰੀ ਗਰੀਬ ਸਿੱਖ ਦੀ ਥਾਂ ਇੱਥੇ। ਤੇ ਛੇਵੇਂ ਪਾਤਸ਼ਾਹ ਬੋਲੇ ਬਾਬਾ ਬੁੱਢਾ ਜੀ ਤੁਸੀਂ ਸਾਡੇ ਉਸਤਾਦ ਹੋ, ਤੁਸਾਂ ਸਾਨੂੰ ਵਿਦਿਆ ਪੜ੍ਹਾਈ, ਤੁਸਾਂ ਸਾਨੂੰ ਸ਼ਸਤਰ ਵਿਦਿਆ ਸਿਖਾਈ, ਤੁਸਾਂ ਨੇ ਸਾਰੇ ਜੰਗੀ ਕਰਤਵ ਸਾਨੂੰ ਸਿਖਾਏ, ਤੁਸਾਂ ਨੇ ਵੱਡੇ ਗੁਰੂਆਂ ਦੀ ਕੀਤੀ ਸੇਵਾ ਕਿ ਸਾਨੂੰ ਇਹ ਮਾਣ ਨਹੀਂ ਹੈ, ਅਸੀਂ ਨਹੀਂ ਸੇਵਾ ਕਰ ਸਕਦੇ, ਕਿ ਅਸੀਂ ਮੋਢਾ ਨਹੀਂ ਦੇ ਸਕਦੇ। ਤਾਂ ਬਾਬਾ ਬੁੱਢਾ ਜੀ ਬੋਲੇ ਪ੍ਰੀਤਮਾ ਉਹ ਦਿਨ ਦੂਰ ਨਹੀਂ ਜਿਸ ਦਿਨ ਤੁਸੀਂ ਮੋਢਾ ਦਓਗੇ ਫਿਰ ਮੈਂ ਨਹੀਂ ਬੋਲਾਂਗਾ, ਮੈਂ ਨਹੀਂ ਬੋਲਾਂਗਾ। ਇਹ ਹੈ ਸਿੱਧਕੀ ਸਿੱਖ ਦਾ ਆਪਣੇ ਗੁਰੂ ਨਾਲ ਪਿਆਰ। ਇਹ ਹੈ ਬ੍ਰਹਮ ਗਿਆਨ ਦੀ ਕਹਾਣੀ ਵੀਰੋ। ਬ੍ਰਹਮ ਗਿਆਨੀ ਗੁਰਬਾਣੀ ਵਿੱਚ ਜਿਹੜਾ ਕਿਹਾ ਗਿਆ ਉਹ ਬਾਬਾ ਬੁੱਢਾ ਜੀ ਜਿਹੜੇ ਪਰਮੇਸ਼ਰ ਦਾ ਰੂਪ ਨੇ। ਆਖਰ ਗੁਰੂ ਹਰਗੋਬਿੰਦ ਪਾਤਸ਼ਾਹ ਹਰਗੋਬਿੰਦਪੁਰੇ ਵਿੱਚ ਬੈਠੇ ਨੇ। ਜਦੋਂ ਸੱਦ ਮਿਲਿਆ ਛੇਵੇਂ ਪਾਤਸ਼ਾਹ ਨੇ ਉਸੇ ਵਕਤ ਹੁਕਮ ਕੀਤਾ ਕਿ ਸਾਡਾ ਰਾਖੀ ਤਿਆਰ ਕੀਤਾ ਜਾਏ। ਸਿੱਖਾਂ ਨੇ ਪੁੱਛਿਆ ਮਹਾਰਾਜ ਕਿੱਧਰ ਦੀ ਤਿਆਰੀ ਹੈ? ਸਤਿਗੁਰੂ ਕਹਿਣ ਲੱਗੇ ਕਿ ਅਸੀਂ ਰਮਦਾਸ ਜਾ ਰਹੇ ਹਾਂ। ਬਾਬਾ ਬੁੱਢਾ ਜੀ ਯਾਦ ਕਰ ਰਹੇ ਨੇ। ਸਿੱਖਾਂ ਨੇ ਕਿਹਾ ਮਹਾਰਾਜ ਨਦੀਆਂ ਨਾਲੇ ਚੜੇ ਹੋਏ ਨੇ, ਕੁਝ ਸਮਾਂ ਰੁਕ ਜਾਣਾ ਚਾਹੀਦਾ ਹੈ। ਛੇਵੇਂ ਪਾਤਸ਼ਾਹ ਬੋਲੇ ਜਿਨ੍ਹਾਂ ਦੇ ਬਾਜੂਆਂ ਵਿੱਚ ਤਾਕਤ ਹੋਵੇ ਉਹ ਤਾਂ ਸਮੁੰਦਰ ਚੀਰ ਕੇ ਅੱਗੇ ਚਲੇ ਜਾਂਦੇ ਆ। ਸਾਨੂੰ ਬਾਬਾ ਜੀ ਯਾਦ ਕਰ ਰਹੇ ਆ, ਅਸੀਂ ਜਾ ਰਹੇ ਆ। ਜਿਨ੍ਹਾਂ ਨੇ ਜਾਣਾ ਆਓ ਉਹਨਾਂ ਦੇ ਪਵਿੱਤਰ ਜੀਵਨ ਉੱਤੇ ਝਾਕ। ਪੁੱਜਿਆ ਸੁਨੇਹਾ ਜਾਦੋਂ ਬੰਦੀ ਛੋੜ ਨੂੰ, ਛੇਤੀ ਬੌੜ ਸਾਈਆਂ ਤੂੰ ਅਸਾਂ ਦੀ ਲੋੜ ਨੂੰ, ਛੇਤੀ ਬੌੜ ਸਾਈਆਂ ਤੂੰ ਅਸਾਂ ਦੀ ਲੋੜ ਨੂੰ। ਛੇਨ ਪਾਰ ਪਾਦਸ਼ਾਹ ਨਾ ਦੇਰ ਲਾਈ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ। ਮੇਰਾ ਵਾਲੇ ਮਾਹੀ ਪਾਲਣੀ ਪਰੀਤ ਹੈ, ਗੁਰੂ ਘਰ ਪ੍ਰੀਤ ਦੀ ਪੁਰਾਣੀ ਰੀਤ ਹੈ, ਗੁਰੂ ਘਰ ਪ੍ਰੀਤ ਦੀ ਪੁਰਾਣੀ ਰੀਤ ਹੈ। ਹੁਕਮ ਤਿਆਰੀ ਕੀਤਾ ਵਾਹੁਦਾਹੀ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ। ਘੋੜਿਆਂ ਤੇ ਪਲ ਪਲੀ ਜੀ ਨਕਸੀਆਂ, ਖਿੱਚੀ ਜਾਣ ਖਿੱਚਾਂ ਮੋਦੀਆਂ ਗਰਸੀਆਂ, ਖਿੱਚੀ ਜਾਣ ਖਿੱਚਾਂ ਮੋਦੀਆਂ ਗਰਸੀਆਂ। ਧੰਨ ਬਾਬਾ ਬੁੱਢਾ, ਧੰਨ ਬਾਬਾ ਬੁੱਢਾ ਕੇ ਹਰ ਗਿਰਾਈ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ। ਛੇਤੀ ਚੱਲੋ ਤੇਜ ਚੱਲੋ ਲਾਓ ਦੇਰ ਨਾ, ਬੀਤਿਆ ਵਕਤ ਹੱਥ ਆਉਣਾ ਫੇਰਨਾ, ਬੀਤਿਆ ਵਕਤ ਹੱਥ ਆਉਣਾ ਫੇਰਨਾ। ਉਹ ਨਾਲੇ ਜਾਂਦੇ ਹਾਥੀ ਉੱਪਰ ਉਠਾਈ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ। ਰਾਵੀ ਤੇ ਬਿਆਸ ਦਾਲ ਮੇਰਾ ਪੰਧ ਹੈ, ਸੋਈ ਹੁੰਦਾ ਜੋ ਵੀ ਸਾਹਿਬ ਨੂੰ ਪਸੰਦ ਹੈ, ਸੋਈ ਹੁੰਦਾ ਜੋ ਵੀ ਸਾਹਿਬ ਨੂੰ ਪਸੰਦ ਹੈ। ਮਾਨ ਪਾਉਂਦੇ ਜਿਹੜੇ ਕਰਦੇ ਕਮਾਈ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ। ਮਾਨ ਪਾਉਂਦੇ ਜਿਹੜੇ ਕਰਦੇ ਕਮਾਈ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ। ਭਾਵੇਂ ਚੰਦ ਤਾਰੇ ਪਰ ਕਾਸ ਸੂਰਜਾ, ਬਾਣੀ ਜੈਸੀ ਹੋਰ ਨਹੀਂ ਕਿਸੇ ਚ ਊਰਜਾ, ਬਾਣੀ ਜੈਸੀ ਹੋਰ ਨਹੀਂ ਕਿਸੇ ਚ ਊਰਜਾ। ਉਹ ਤਿੰਨੋਂ ਲੋਕ ਇਸ ਕੀਤੀ ਰੋਸ਼ਨਾਈ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ, ਛੇਵੀਂ ਪਾਤਸ਼ਾਹੀ ਨੇ। ਤਿੰਨੋਂ ਲੋਕ ਇਸ ਕੀਤੀ ਰੋਸ਼ਨਾਈ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ। ਪ੍ਰੇਮ ਦੀਆਂ ਵਾਟਾਂ ਜਿਨ੍ਹਾਂ ਨੇ ਨਿਭਾਉਣੀਆਂ, ਉਹਨਾਂ ਨੂੰ ਕਿਨਾਂ ਦੀਆਂ ਨੇ ਠੱਲਾ ਪਾਉਣੀਆਂ, ਉਹਨਾਂ ਨੂੰ ਕਿਨਾਂ ਦੀਆਂ ਨੇ ਠੱਲਾ ਪਾਉਣੀਆਂ। ਬਾਹੀ ਹੁੰਦੇ ਪਾਰ ਨਾ, ਬਾਹੀ ਹੁੰਦੇ ਪਾਰ ਨਾ, ਬਾਹੀ ਹੁੰਦੇ ਪਾਰ ਨਾ, ਬਾਹੀ ਹੁੰਦੇ ਪਾਰ ਨਾ। ਤੁਲੇ ਤਕਾਈ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ, ਕਰ ਲਈ ਤਿਆਰੀ ਛੇਵੀਂ ਪਾਤਸ਼ਾਹੀ ਨੇ। ਮਿਲਣ ਦੀ ਚਾਹ ਹੈ ਪ੍ਰਭੂ ਦੇ ਨੂਰ ਨੂੰ, ਬਾਬਾ ਬੁੱਢਾ ਯਾਦ ਕਰਦੇ ਹਜ਼ੂਰ ਨੂੰ, ਬਾਬਾ ਬੁੱਢਾ ਯਾਦ ਕਰਦੇ ਹਜ਼ੂਰ ਨੂੰ। ਬੈਂਕ ਸ਼ਹਿਰ ਵਾਂਗੂ ਕਰਦੇ ਲਿਖਾਈ
सच्चाई ने, कर ली तैयारी छेवीं पातशाही ने, बैंके शहर वांगू कर दे लिखाई ने, कर ली तैयारी छेवीं पातशाही ने, कर ली तैयारी छेवीं पातशाही ने। भावे चंद तारे प्रकाश सूरजा, ओ बाणी जैसी होर नहीं किसे च ऊर्जा, तीनों लोक इसे कीती रोशनाई ने, तीना लोकां विच रोशनाई, पवित्र शब्द दी गज के आखो सतनाम श्री वाहिगुरू। गुरु हरगोबिंद पातशाह मेरी पीरी दे मालक आए ने रमदास विच, जिवें तुसीं बैठे हो ना गुरु दे हजूर, इस तरह ही बाबा बुढ़ा जी दा समा नेड़े जाने, ओ पशावर तक लोग, दुआबे दे लोग, मालवे दे लोग, रियाड़की दे लोग, माझे दे लोग, ओ काबल कंधार दियां कंधां तक जदों पता लगा कि बाबा बुढ़ा जी संसार विचों आग्या लैके जा रहे हैं, लोग गड्डियां उत्ते चढ़ के, ऊठां उत्ते चढ़ के, घोड़ियां उत्ते चढ़ के, कई समेत परिवारां ने पैदल ही चल पाए भी बाबा बुढ़ा जी दे दर्शन करिए। आखिर रमदास विच पहुंचदे गुरु जी दे आउण तो पहला बाबा बुढ़ा जी दा जिहड़ा आसन है बड़ा पवित्रता वाला सजाया होया है ते उपर आसन कर रहे। बाबा बुढ़ा जी संगत विचों इउं नजर आ रहे ने जिवें वड्डे समुंदर विच एक किश्ती होवे नजर आवे, इउं बाबा बुढ़ा जी दा आसन, इउं बाबा बुढ़ा जी दा पलंगा नजर आ रहा है। सिख संगतां दे नेत्रां विचों जल जा रहा है, क्योंकि बाबा बुढ़ा जी पलो पली कह रहे हैं कि सिख संगतो सदा गुरु दे हुक्म विच रहो, असां चले जाना है, जिन्नी सेवा गुरु ने बख्शी सी असां कर लई है, हुण असीं गुरु नूं याद कीता है भुल बख्शाउण वास्ते, किते चलदियां कोई भुल हो गई होवे। कहंदे ने छेवें पातशाह जदों आए सिख संगतां उठ के खलोतियां, सतगुरां ने हुक्म कीता कि भाई बैठ जाओ। बाबा बुढ़ा जी दे कोल जा खलोते, बाबा बुढ़ा जी नूं अपने पवित्र हत्थां नाल अपने हत्थां विच लैके छेवें पातशाह ने छाती नाल लाया। बाबा बुढ़ा जी प्यार कीता, गुरु हरगोबिंद पातशाह दे नेत्रां विच भी जल आया, बाबा बुढ़ा जी दे अखां विच भी जल आया। कहन लगे सच्चे पातशाह थोड़ा जिहा पिछे होए। गुरु हंस के कहन लगे बाबा हुणे याद करदे सो कि छेती आ जाओ, जे असीं आए आ हुण कहंदे पिछे। कहन लगे पातशाह आ दो बूंदा मैं जिंदगी विच साਂਭ के रखियां ने, जल दियां दो बूंद। मेरे मन की इच्छा सी कि जदों मैं संसार विचों तुरां ये दो बूंदा तेरे चरनां उत्ते घेर के जिंदगी विच किते ना किते चलदियां चलाउंदियां कोई भुल हो गई होवे बख्शाउण वास्ते, बख्शाउण वास्ते। कितना प्यार होएगा बाबा बुढ़ा जी का गुरु हरगोबिंद पातशाह दे। सच्चे सतगुरां कोलों आग्या मंगी, महाराज तुसीं आ गए हो, हुण आग्या देवो मैं चला जा। सामने वो सज्जन खलोता है, विबान खलोता है, त्यार खलोता है, हुण मैनू डोली पा देवो, वो मैनू टिकाणे ले जाएगा। सतगुरां ने उधर नूं इशारा करके आख्या नहीं भाई अजे नहीं जाना, बाबा जी अजे नहीं आग्या मिलनी, अजे तुहाडे कोलों बड़े वड्डे कारज करवाउणे। जदों गुरु दा हत्थ छो गया, बाबा बुढ़ा जी दी जेड़ी आवाज है, जेड़ी कदी रुकदी है कदी चलदी है, श्वास कदी रुकदे है कदी चलदे है, अखां कदी बंद हुंदियां ने कदी खुलदियां ने, बुल कदी मिटदे ने कदी खुलदे। जदों गुरु दे हत्थ लग गए ते इउं महसूस होया जिवें 30-35 सालां दा नौजवान मुंडा बोलदा, बाबा बुढ़ा जी दी आवाज इस तरह दी। गुरु दे हत्थ छो गए ना, पवित्र हत्थ छो गए, गुरु दे दर्शन हो गए। और क्या सच्चे पातशाह तुहाडे नाल बाबे बिधि चंद हुणी बड़े बड़े सिद्दकी सिख ने, इन्हां दी किसे दी ड्यूटी लाओ। हुण मैं बजुर्ग हो चुका है, बुढ़ा हो चुका है, हुण जेड़ा कोई कारज रह गया है इन्हां सिखां नूं कहो ये करन, हुण मैनू आग्या देवो। तां सच्चे सतगुरु बोले नहीं नहीं बाबा जी, वो तुहाडे तो बिना कारज कर ही कोई नहीं सकदा।
ਤੇ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਮੈਂ ਸਾਰਾ ਤੇਰੇ ਹੁਕਮ ਵਿੱਚ ਰਿਹਾ ਸਾਰੀ ਜ਼ਿੰਦਗੀ, ਹੁਣ ਕਿਰਪਾ ਕਰੋ ਜਾਂਦਾ ਜਾਂਦਾ ਮੈਂ ਉਹ ਵੀ ਕਾਰਜ ਕਰ ਜਾਵਾਂ, ਉਹ ਵੀ ਕਾਰਜ ਕਰ ਜਾਵਾਂ। ਤੇ ਸੱਚੇ ਸਤਿਗੁਰਾਂ ਨੇ ਹੁਕਮ ਕੀਤਾ ਸਿੱਖਾਂ ਨੂੰ ਕਿ ਬਾਬਾ ਬੁੱਢਾ ਜੀ ਦਾ ਜਿਹੜਾ ਆਸਣ ਹੈ ਚੌਂਕੜਾ ਮਰਾਇਆ ਜਾਏ, ਇਹਨਾਂ ਨੂੰ ਢਾਸਣਾ ਦਿੱਤਾ ਜਾਏ। ਬਾਬਾ ਬੁੱਢਾ ਜੀ ਢਾਸਣਾ ਲਾ ਕੇ ਬੈਠ ਗਏ। ਸਾਹਮਣੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਤਖਤ ਸਭਾਏਮਾਨ ਹੋਇਆ, ਤਖਤ ਉੱਤੇ ਗੁਰੂ ਜੀ ਬੈਠ ਗਏ। ਬਾਬਾ ਬੁੱਢਾ ਜੀ ਨੇ ਹੱਥ ਜੋੜੇ ਕਿਹਾ, ਸੱਚੇ ਪਾਤਸ਼ਾਹ ਹੁਕਮ ਕਰੋ, ਉਹ ਕਿਹੜਾ ਕਾਰਜ ਹੈ ਜਿਹੜਾ ਮੈਂ ਜਾਣ ਲੱਗਾ ਕਰ ਜਾਵਾਂ। ਤੇ ਫਿਰ ਛੇਵੇਂ ਪਾਤਸ਼ਾਹ ਬੋਲੇ, ਬਾਬਾ ਬੁੱਢਾ ਜੀ ਬਚਪਨ ਤੋਂ ਲੈ ਕੇ ਅੱਜ ਤੱਕ ਬਚਪਨ ਵਿੱਚ ਤੁਸੀਂ ਸਾਨੂੰ ਵਿਦਿਆ ਦੀ ਦਾਤ ਦਿੱਤੀ, ਤੁਸੀਂ ਸਾਨੂੰ ਸ਼ਸਤਰ ਸਿਖਾਏ, ਘੋੜ ਸਵਾਰੀ ਸਿਖਾਈ, ਫਿਰ ਗੁਰੂ ਜੀ ਦੀ ਸ਼ਹੀਦੀ ਦਾ ਦੌਰ ਚੱਲਿਆ, ਗਵਾਲੀਅਰ ਵਰਗੇ ਕਿਲਿਆਂ ਦੀ ਕਹਾਣੀ ਚੱਲੀ, ਫਿਰ ਜੰਗਾਂ ਜੁੱਧਾਂ ਚੱਲੀਆਂ, ਤੁਹਾਡੇ ਕੋਲ ਬਹਿ ਕੇ ਵੱਡੇ ਗੁਰੂਆਂ ਦੀ ਸਾਖੀ ਸੁਣਨ ਦਾ ਸਮਾਂ ਹੀ ਨਹੀਂ ਮਿਲਿਆ। ਬਾਬਾ ਬੁੱਢਾ ਜੀ ਇਹ ਜੋਤ ਕਿੱਥੋਂ ਚੱਲੀ, ਕਿਵੇਂ ਚੱਲੀ, ਕਿੱਥੋਂ ਕਿੱਥੋਂ ਕਿਹਨੂੰ ਕਿਹਨੂੰ ਤਾਰਦੀ ਹੋਈ, ਕਿਵੇਂ ਕਿਵੇਂ ਅੱਗੇ ਨੂੰ ਆਈ ਹੈ, ਇਹ ਜਰਾ ਤੁਸੀਂ ਸੁਣਾਓ ਨਾ। ਬਾਬਾ ਬੁੱਢਾ ਜੀ ਦਾ ਅਦਬ, ਬਾਬਾ ਬੁੱਢਾ ਜੀ ਦਾ ਸਤਿਕਾਰ, ਬਾਬਾ ਬੁੱਢਾ ਜੀ ਦਾ ਮਾਣ ਵਧਾਉਣ ਵਾਸਤੇ ਦੁਨੀਆ ਵਿੱਚ ਪਹਿਲੀ ਵਾਰ ਗੁਰੂ ਸਿੱਖ ਕੋਲੋਂ ਵੱਡੇ ਗੁਰੂਆਂ ਦੀ ਸਾਖੀ ਸੁਣ ਰਹੇ ਨੇ। ਆਓ ਜਰਾ ਵੇਖੀਏ, ਰਮਦਾਸ ਦੀ ਧਰਤੀ ਉੱਤੇ ਚੱਲੀਏ। ਇੱਕ ਪਾਸੇ ਬਾਬਾ ਬੁੱਢਾ ਜੀ ਬੈਠੇ ਆ, ਇੱਕ ਪਾਸੇ ਮੀਰੀ ਪੀਰੀ ਦੇ ਮਾਲਕ ਬੈਠੇ ਨੇ, ਉਦਾਲੇ ਸਿੱਖ ਸੰਗਤਾਂ ਬੈਠੀਆਂ ਹੋਈਆਂ ਨੇ। ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ, ਪੰਜਵੀਂ ਜੋਤ ਔਰ ਛੇਵੇਂ ਪਾਤਸ਼ਾਹ ਸਾਹਮਣੇ ਬੈਠੇ ਹੋਏ ਨੇ। ਉੱਥੋਂ ਤੱਕ ਸਾਖੀ ਤਿੰਨਾਂ ਦਿਨਾਂ ਵਿੱਚ ਹੈ ਇਉਂ ਸੁਣਾਈ। ਬਾਬਾ ਬੁੱਢਾ ਜੀ ਬੇਲਾਸ ਕਰ ਰਹੇ ਪਿਆਰ ਦੇ, ਨਾਲ ਧੀਰਜ ਸੁਣਨ ਵਾਲੀ ਸੰਸਾਰ ਦੇ, ਨਾਲ ਧੀਰਜ ਸੁਣਨ ਵਾਲੀ ਸੰਸਾਰ ਦੇ। ਬਾਣੀ ਸ਼ਾਂਤ ਰਾਸੀ ਉੱਚੀ ਪਿਆਰੇ ਪਾਗਨਾ, ਗੁਰੂ ਗੁਰਾਂ ਦੇ ਬਚਨ ਸੁਣਦੇ ਵੈਰਾਗਨਾ, ਗੁਰੂ ਗੁਰਾਂ ਦੇ ਬਚਨ ਸੁਣਦੇ ਵੈਰਾਗਨਾ। ਬਾਬਾ ਬੁੱਢਾ ਜੀ ਬੇਲਾਸ ਕਰ ਰਹੇ ਪਿਆਰ ਦੇ, ਨਾਲ ਧੀਰਜ ਸੁਣਨ ਵਾਲੀ ਸੰਸਾਰ ਦੇ, ਨਾਲ ਧੀਰਜ ਸੁਣਨ ਵਾਲੀ ਸੰਸਾਰ ਦੇ। ਬਾਣੀ ਸ਼ਾਂਤ ਰਾਸੀ ਉੱਚੀ ਪਿਆਰੇ ਪਾਗਨਾ, ਗੁਰੂ ਗੁਰਾਂ ਦੇ ਬਚਨ ਸੁਣਦੇ ਵੈਰਾਗਨਾ, ਗੁਰੂ ਗੁਰਾਂ ਦੇ ਬਚਨ ਸੁਣਦੇ ਵੈਰਾਗਨਾ। ਰੱਬੀ ਨੂਰ ਨਿਰੰਕਾਰ ਦਾ ਤਰਤ ਆਇਆ ਸੀ, ਚੱਪੂ ਨਾਮ ਦਾ ਲਾਦਾ ਤੇ ਜਗਤ ਤਰਾਇਆ ਸੀ, ਚੱਪੂ ਨਾਮ ਦਾ ਲਾਦਾ ਤੇ ਜਗਤ ਤਰਾਇਆ ਸੀ। ਕੂੜੇ ਮਲਕਾਂ ਦੇ ਪੇੜ ਕੇ ਹਾਰਾ ਤੇ ਸਾਗਨਾ, ਗੁਰੂ ਗੁਰਾਂ ਦੇ ਬਚਨ ਸੁਣਦੇ ਵੈਰਾਗਨਾ, ਗੁਰੂ ਗੁਰਾਂ ਦੇ ਬਚਨ ਸੁਣਦੇ ਵੈਰਾਗਨਾ। ਓ ਬਾਬੇ ਥਾਪਿਆ ਨਗਰ ਕਰਤਾਰਪੁਰ ਸੀ, ਬਾਬੇ ਥਾਪਿਆ ਨਗਰ ਕਰਤਾਰਪੁਰ ਸੀ, ਜੋਤ ਆਪਣੀ ਚੋਂ ਥਾਪ ਦਿੱਤਾ ਦੂਜਾ ਗੁਰ ਸੀ, ਜੋਤ ਆਪਣੀ ਚੋਂ ਥਾਪ ਦਿੱਤਾ ਦੂਜਾ ਗੁਰ ਸੀ। ਓ ਜਿਵੇਂ ਚਾਨਣ ਚਿਰਾਗ ਨੂੰ ਮਿਲੇ ਚਿਰਾਗਨਾ, ਜਿਵੇਂ ਚਾਨਣ ਚਿਰਾਗ ਨੂੰ ਮਿਲੇ ਚਿਰਾਗਨਾ, ਗੁਰੂ ਗੁਰਾਂ ਦੇ ਬਚਨ ਸੁਣਦੇ ਵੈਰਾਗਨਾ, ਗੁਰੂ ਗੁਰਾਂ ਦੇ ਬਚਨ ਸੁਣਦੇ ਵੈਰਾਗਨਾ। ਫਿਰ ਜਗੀਆਂ ਖਡੂਰ ਸਾਹਿਬ ਨੂਰੀ ਜੋਤਾਂ ਨੇ, ਗੁਰੂ ਲੱਭ ਲਿਆ ਹਾਮਾਨੂ ਦੇ ਸ਼ਾਹੀ ਸਰੋਤਾਂ ਨੇ, ਗੁਰੂ ਲੱਭ ਲਿਆ ਹਾਮਾਨੂ ਦੇ ਸ਼ਾਹੀ ਸਰੋਤਾਂ ਨੇ। ਉਹ ਸ਼ਾਹੀ ਹਾਰੀ ਟਕਰਾ ਕੇ ਗੁਰੂ ਦੇ ਤਿਆਗਨਾ, ਗੁਰੂ ਗੁਰਾਂ ਦੇ ਬਚਨ ਸੁਣਦੇ ਵੈਰਾਗਨਾ, ਗੁਰੂ ਗੁਰਾਂ ਦੇ ਬਚਨ ਸੁਣਦੇ ਵੈਰਾਗਨਾ। ਓ ਤੀਜੇ ਪਾਤਸ਼ਾਹ ਦਾ ਵੱਡਾ ਪ੍ਰਤਾਪ ਫੈਲਿਆ, ਤੀਜੇ ਪਾਤਸ਼ਾਹ ਦਾ ਵੱਡਾ ਪ੍ਰਤਾਪ ਫੈਲਿਆ, ਛੂਤ ਭਿੱਟ ਨੂੰ ਮਕਾ ਕੇ ਵੱਡਾ ਜਸ ਲੈ ਲਿਆ, ਛੂਤ ਭਿੱਟ ਨੂੰ ਮਕਾ ਕੇ ਵੱਡਾ ਜਸ ਲੈ ਲਿਆ। ਓ ਪੈਣ ਸੰਗਤ ਪੰਗਤ ਤਾਈ ਦਿੱਤਾ ਦਾਗਨਾ, ਪੈਣ ਸੰਗਤ ਪੰਗਤ ਤਾਈ ਦਿੱਤਾ ਦਾਗਨਾ, ਗੁਰੂ ਗੁਰਾਂ ਦੇ ਬਚਨ ਸੁਣਦੇ ਵੈਰਾਗਨਾ, ਗੁਰੂ ਗੁਰਾਂ ਦੇ
बचन सुन दे वैरागना। खाप मंजियां गुरां ने गल कीती कार दी, विच देश पर देश सिख पर चार दी, विच देश पर देश सिख पर चार दी। ओ हथों अकबर गवाया सेवा दास पागना, गुरु गुरां दे बचन सुन दे वैरागना, गुरु गुरां दे बचन सुन दे वैरागना। तुसा तकिया प्यार वड्डे गुरुदेव दा, तुसा तकिया प्यार वड्डे गुरुदेव दा, बेड़ा बन्ने लाता जिन्ना शहरी बलदेव दा, बेड़ा बन्ने लाता जिन्ना शहरी बलदेव दा। मत्था धर्म लई लगाया जिन्ना चंदू नागना, मत्था धर्म लई लगाया जिन्ना चंदू नागना, गुरु गुरां दे बचन सुन दे वैरागना, गुरु गुरां दे बचन सुन दे वैरागना। मेरे समय विचों मिनट 8 बकाया ने ते ढाडी साहब पहुंच चुके हैं। प्रसंग भी एंड उत्ते गया है। हुण इउं करिए भी 3 मिनट की एक कविता कह लईए जिहदे नाल सारा प्रसंग ही पूरा हो जाए ते आउण वालिआं नूं जीव आया कह दांगे। बाबा बुढ़ा जी ने साखी कीती पूरी। सतगुर जी चौथे दिन अमृत वेले बाणी पढ़ी, शलोक आया, जिन्नी नाम ते आया गए मशक्कत काल, नानक ते मुख उजले केती छुट्टी नाल। अज बाबा जी चुप ने, गुरु बोल रहे ने। गुरु जी तो छुट्टी शब्द सुन के बाबा बुढ़ा जी इउं महसूस होया जिवें भौर इस फुल तो उड़ के दूजे उत्ते चला जाता है। सच्चे सतगुरां ने अपने नेत्रां विचों जल जिहड़ा 3 दिन सुक्का ही चली जा रही ने नदियां, 5 नदियां का संगम बनया होया, रावी कोल चल रही है और 2 नेत्र बाबा बुढ़ा जी दे 2 नेत्र गुरु हरगोबिंद पातशाह दे जल चल रहे हैं। बाबा बुढ़ा जी ने आग्या मंग के सच्चे सतगुरां कोलों संसार विचों जाना कीता और गुरु हरगोबिंद पातशाह ने अपने हथी बाबा बुढ़ा जी का इशनान करवाया, अपने हथी उन्होंने वस्त्र पहनाए, अपने हथी उन्होंने विधान सजाया, आप उन्होंने कंन ही लगे। है दुनिया विच ऐसा जेड़ा अपने सिख नूं मोढे देवे। ये 6वें पातशाह मेरी पीरी दे मालक गुरु हरगोबिंद पातशाह। गज के आखो सतनाम श्री वाहिगुरु। रमदास तो लैके समाधा तक किवें सच्चे सतगुरां ने यह सारा कारज कीता, किवें आप कीर्तन सोले दा जाप कीता। आओ जरा चलिए बाबा बुढ़ा जी नूं लैके जदों समाधा वल्ले गुरुद्वारा समाधा जिथे कार सेवा दे पुंज महापुरखा ने सवावां कीतियां होइयां ने, रमदास तो लैके उठों तक दा एक सीन अपनियां अखां नाल शब्दां राहीं इउं बयान। पूरी कर दित्ती अरदास साहब ने सेवक दी, ओ खुले दर्शन दे के नूरी रंग चढ़ाया। ओ पूरी कर दित्ती अरदास साहब ने सेवक दी, ओ खुले दर्शन दे के नूरी रंग चढ़ाया। सतरश ना मुक्की होइयां सदरा पूरियां, ओ घर विच रब मिल गया ब्रह्म ज्ञान दिरड़ाया। जप जी पढ़ के सतगुर केती छुट्टी आखी जा, जोत नूं परम जोत विच सजे जा टिकाया। ओ फुल तो भौर जा बैठे जैसे तुझे फुल्लां ते, सुपन सखोबत कारण तेस तूल गवाया। पाके हुक्म साहब तो कीर्तन कर रे बापियां, मारू डखने गाए जल तरंग समाया।
ਆਤਰ ਕਿਓੜਾ ਕਲੀਆਂ ਮੁਸਕੰਬਰ ਅਤੇ ਗੁਲਾਬ ਲੈ ਗੁਰ ਗੁਰ ਜਪਦਿਆਂ ਸਿੱਖਾਂ ਰਲ ਇਸ਼ਨਾਨ ਕਰਾਇਆ ਗੁਰ ਗੁਰ ਜਪਦਿਆਂ ਸਿੱਖਾਂ ਰਲ ਇਸ਼ਨਾਨ ਕਰਾਇਆ ਸੁੰਦਰ ਬਸਤਰ ਪਾਏ ਬੀਬਾਨ ਸਜਾਇਆ ਆਖਰੀ ਉਹ ਸਤਿਗੁਰ ਹਰਗੋਬਿੰਦ ਜੀ ਬੜਾ ਵੈਰਾਗ ਜਿਤਾਇਆ ਸਤਿਗੁਰ ਸਾਹਿਬ ਤੇ ਭਾਈ ਭਾਨਾ ਕਾਨੀ ਲੱਗ ਗਏ ਭਾਈ ਗੁਰਦਾਸ ਅਜਿੱਤਾ ਦੂਜੀ ਬਾਹੀ ਲਾਇਆ ਉਹ ਸ਼ਹਿਰ ਢੋਲਕੀਆਂ ਨਾਲ ਸ਼ਬਦ ਪੜੇ ਮਾਈ ਭਾਈ ਨੇ ਉਹ ਸਾਰਾ ਰਸਤਾ ਗਿਆ ਸੀ ਫੁੱਲਾਂ ਨਾਲ ਸਜਾਇਆ ਸਾਰਾ ਰਸਤਾ ਗਿਆ ਸੀ ਫੁੱਲਾਂ ਨਾਲ ਸਜਾਇਆ ਉਹ ਚਿੜੀਆਂ ਜਿੱਥੇ ਸਿੰਘਾਸਣ ਕੰਡਾ ਐਰਾਵਤੀ ਦਾ ਖੁਸ਼ਬੂ ਸੰਦਲ ਚੰਦਨ ਚਿਖਾ ਦੇ ਵਿੱਚ ਚਨਾਇਆ ਕੀਤੇ ਅੰਤਮ ਦਰਸ਼ਨ ਸੰਗਤਾਂ ਬਾਬੇ ਬੁੱਢੇ ਦੇ ਉਹ ਪਾ ਕੇ ਹੁਕਮ ਸਾਹਿਬ ਤੋਂ ਲੰਬੂ ਚਿਖਾ ਨੂੰ ਲਾਇਆ ਉਹ ਕੀਰਤਨ ਸੋਹਿਲਾ ਪੜਿਆ ਆਪ ਸਤਿਗੁਰੂ ਛੇਵੇਂ ਨੇ ਫਿਰ ਪ੍ਰਸ਼ਾਦ ਸੰਗਤ ਵਿੱਚ ਸਭ ਨੂੰ ਗਿਆ ਵਰਤਾਇਆ ਫਿਰ ਪ੍ਰਸ਼ਾਦ ਸੰਗਤ ਵਿੱਚ ਸਭ ਨੂੰ ਗਿਆ ਵਰਤਾਇਆ ਹੰਸਾ ਜੀਵਨ ਐਸਾ ਮੂਰਤ ਜੁਰਤ ਪਿਆਰ ਦੀ 100 ਸਾਲ ਧਰਤ ਤੇ 100 ਸਾਲ ਧਰਤ ਤੇ ਸਤਜੁਗ ਹੈ ਵਰਤਾਇਆ ਲੰਗਰ ਵਰਤੇ ਹੋਇਆ ਪਾਠ ਗੁਰੂ ਦੀ ਬਾਣੀ ਦਾ ਉਹ ਤਨ ਤਨ ਬਾਬਾ ਬੁੱਢਾ ਸਭ ਨੇ ਮੁਖੋਂ ਅਲਾਇਆ ਤਨ ਤਨ ਬਾਬਾ ਬੁੱਢਾ ਸਭ ਨੇ ਮੁਖੋਂ ਅਲਾਇਆ ਆਉਣਾ ਸਫਲ ਜਗਤ ਤੇ ਇਹੋ ਜਿਹੇ ਮਹਾਂਪੁਰਸ਼ਾਂ ਦਾ ਉਹ ਜਿੰਨਾ ਸਦਕਾ ਬੈਂਕਾ ਸਗਲਾ ਜਗਤ ਤਰਾਇਆ ਜਿੰਨਾ ਸਦਕਾ ਬੈਂਕਾ ਸਗਲਾ ਜਗਤ ਤਰਾਇਆ ਆਉਣਾ ਸਫਲ ਜਗਤ ਤੇ ਇਹੋ ਜੇ ਮਹਾਂਪੁਰਖਾਂ ਦਾ ਜਿਨ੍ਹਾਂ ਸਦਕਾ ਬੈਂਕਾ ਸਗਲਾ ਜਗਤ ਤਰਾਇਆ ਮਹਾਂਪੁਰਖ ਆਉਂਦੇ ਨੇ ਸੰਸਾਰ ਵਿੱਚ ਲੋਕਾਂ ਦੇ ਬੇੜੇ ਤਾਰਨ ਵਾਸਤੇ ਪਰਮੇਸ਼ਰ ਨਾਲ ਜੋੜਨ ਵਾਸਤੇ ਉਹਦੇ ਨਾਲ ਮੁਹੱਬਤ ਕਰਨ ਵਾਸਤੇ ਮੁਹੱਬਤ ਸਿਖਾਉਣ ਵਾਸਤੇ ਐਸਾ ਜੀਵਨ ਬਾਬਾ ਬੁੱਢਾ ਜੀ ਦਾ ਅੱਜ ਵੀ ਬੀੜ ਬਾਬਾ ਬੁੱਢਾ ਸਾਹਿਬ ਵਿੱਚ ਲੋਕ ਸ਼ਰਧਾ ਰੱਖ ਕੇ ਜਾਂਦੇ ਆ ਜਿਹੜਾ ਵੀ ਸ਼ਰਧਾ ਰੱਖ ਕੇ ਜਾਂਦਾ ਹੈ ਉਹਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਾਤਾ ਜੀ ਹੁਣਾਂ ਨੇ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਪਵਿੱਤਰ ਨਾਮ ਤੋਂ ਮਾਇਆ ਭੇਜੀ ਹੈ ਇਹ ਸਾਰੀ ਮਾਇਆ ਜਿੰਨੀ ਵੀ ਆਈ ਹੈ ਬਾਬਾ ਬੁੱਢਾ ਜੀ ਦੇ ਨਾਮ ਤੋਂ ਆਈ ਹੈ ਜਿਸ ਖਜ਼ਾਨੇ ਚੋਂ ਮਾਇਆ ਆਈ ਹੈ ਬਾਬਾ ਬੁੱਢਾ ਜੀ ਦੇ ਪਵਿੱਤਰ ਜੀਵਨ ਤੋਂ ਤੁਸਾਂ ਦਿੱਤੀ ਹੈ ਮੇਰੇ ਵਰਗੇ ਹਜ਼ਾਰਾਂ ਤੁਰੇ ਫਿਰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦੇ ਇੱਥੋਂ ਮੈਂ ਜਦੋਂ ਬਾਹਰ ਹੋ ਗਿਆ ਨਾ ਗੁਰੂ ਦੀ ਹਜ਼ੂਰੀ ਤੋਂ ਬਾਹਰ ਗੁਰੂ ਕੀ ਸੰਗਤ ਤੋਂ ਬਾਹਰ ਫਿਰ ਭਾਵੇਂ ਮੈਂ ਜਿੰਨਾ ਮਰਜ਼ੀ ਗਾਉਂਦਾ ਜਾਵਾਂ ਮੈਨੂੰ ਪੈਸੇ ਕਿਸੇ ਨਹੀਂ ਦੇਣੇ ਇਹ ਤਾਂ ਗੁਰੂ ਦੀ ਹਜ਼ੂਰੀ ਹੈ ਇਹ ਤਾਂ ਗੁਰੂ ਦੀ ਰਹਿਮਤ ਹੈ ਇਹ ਤਾਂ ਗੁਰੂ ਦੀ ਕਿਰਪਾ ਇਹ ਬ੍ਰਹਮ ਗਿਆਨੀ ਦਾ ਜਸ ਹੈ ਜਿਹੜਾ ਤੁਸੀਂ ਆ ਮਾਇਆ ਸਾਨੂੰ ਦਿੰਦੇ ਹੋ ਸਾਡੇ ਆਪਣੇ ਵਿੱਚ ਕੋਈ ਐਸੀ ਕਾਬਲੀਅਤ ਨਹੀਂ ਕਿ ਅਸੀਂ ਹੰਕਾਰ ਕਰੀਏ ਵੀ ਸਾਨੂੰ ਮਾਇਆ ਦਿੰਦੇ ਹੋ ਨਹੀਂ ਨਹੀਂ ਮੈਂ ਸਿੱਧੇ ਲਫ਼ਜ਼ਾਂ ਵਿੱਚ ਸਟੇਜ ਤੋਂ ਹੀ ਅੰਦਾਜ਼ੇ ਬਿਆਨ ਹੋ ਜਾਂਦਾ ਹੈ ਖੈਰ ਮੈਨੂੰ ਆਪਣੀ ਕਮਜ਼ੋਰੀ ਦਾ ਪਤਾ ਹੈ ਕਿ ਮੇਰੇ ਵਰਗੇ ਹਜ਼ਾਰਾਂ ਤੁਰੇ ਫਿਰਦੇ ਹੈ ਕੋਈ ਕੌਡੀ ਦੇ ਕੇ ਰਾਜ਼ੀ ਨਹੀਂ ਜੋ ਮਾਇਆ ਤੁਸੀਂ ਦਿੰਦੇ ਹੋ ਇਹ ਬ੍ਰਹਮ ਗਿਆਨੀਆਂ ਦੇ ਪਵਿੱਤਰ ਜੀਵਨ ਤੋਂ ਦਿੰਦੇ ਹੋ ਇਹ ਗੁਰੂ ਜੀ ਦੇ ਪਵਿੱਤਰ ਜੀਵਨ ਤੋਂ ਉਹਨਾਂ ਦੇ ਇਤਿਹਾਸ ਤੋਂ ਵਾਰਨੇ ਜਾਂਦੇ ਹੋ ਤੁਸੀਂ ਨੇਕ ਕਮਾਈ ਵਿੱਚੋਂ ਮਾਇਆ ਦਿੰਦੇ ਹੋ ਧੰਨਵਾਦ ਮੈਂ ਆਪਣੇ ਵੱਡੇ ਭਾਜੀ ਸਰਦਾਰ ਮਲਕੀਤ ਸਿੰਘ ਜੀ BA ਸਾਹਿਬ ਬੜੇ ਵੱਡੇ ਢਾਡੀ ਨੇ BA ਸ਼ਬਦ ਜੀ ਦੇ ਨਾਲ ਲੱਗ ਜਾਏ ਉਹ ਤਾਂ ਬੜਾ ਮਹਾਨ ਹੁੰਦਾ ਹੈ ਮੇਰੇ ਵਰਗੇ ਅਨਪੜ੍ਹ ਦੀ ਉੱਥੇ ਕੀ ਹੈ ਹਸਤੀ ਹੈ ਉੱਥੇ ਕੀ ਵੈਲਿਊ ਹੈ ਉਹ ਆਏ ਨੇ
बड़े वड्डे ढाडी ने, ढाडियां विच उन्हां दा बड़ा उच्चा नाम है। मेरे पिता जी दे परम मित्र ने, मेरे अति सत्कारयोग ने, उस्तादां समान ने। मेरा छोटा वीर भाई प्रगट सिंह जी जिहड़े गुरुद्वारा सीसगंज साहिब सेवा करते ने, कथावाचक दी बड़ी मिठी रसना, बड़ा प्यार उन्हां दा गुरु घर दे नाल है। सतगुरु कृपा करे, चढ़दी कला रखे। उन्हां दी चढ़दी कला वास्ते भी माया आई है। भाई प्रगट सिंह होणां दी चढ़दी कला वास्ते धन्नवाद करते हैं। बाबा जोगा सिंह जी सतपुरखां दा और दिल्ली वाले कार सेवा वाले महापुरख बाबा बचन सिंह जी सतपुरख, उन्हां दी फुलवाड़ी और चल रही ने सवावां भेवे वाले महापुरखां दी बाबा महेंद्र सिंह जी और दर्जा ब दर्जा जिथे जिथे भी सेवावां लगियां ने बाखूबी जथेदार सेवावां निभा रहे ने। ताड़ी जिहड़ी माया है कौडी कौडी तिल फुल जो तुसी भेजदे हो भाई गराई दे रूप विच भेजो, जां सतगुरु जी दे दर्शन दीदारियां वास्ते जिहड़ी माया दिंदे हो, ये सब तुहाडी माया नेक थां उत्ते लग रही है और जुगां तक ये महल रहणगे गुरु जी दे। और तुहाडियां पीढ़ियां ਜਿਹੜੀਆਂ ਨੇ ਉਹ ਇਸ ਗੱਲ ਦਾ मुनाफा बैनीफिट जिन्हों असी कहने हैं वो थोड़ी जी माया बैंक च करा दी है, FD करा दी है, वो ही नहीं मुकदी नियाणियां कोलों। ये तो गुरु नानक दे घर तो ही FDियां करा रहे हो, ये गुरु नानक दे घर वड्डे खजाने खोल रहे हो। ये किते मुकण विच आएगा? नहीं नहीं मुकेगा, नहीं मुकेगा। गुरु नानक दे घर विच दिता होया तुहाडा दान इन्ना वधेगा, इन्ना फुलेगा कि तुहाडियां आउण वालियां जेहड़ियां पीढ़ियां होणगियां बादशाहियां करनगियां। गज के आखो सतनाम श्री वाहिगुरु। बलविंदर साउंड सर्विस सरदार बलविंदर सिंह मैं आखूंगा क्योंकि वो गुरमुख प्यारे ने, अमृत धारी ने, साडे वीर ने, बड़ी अपार कृपा है। साउंड इन्नी सैटिंग उन्होंने की हुई है। मैं अरदास करदा सच्चे पातशाह इन्हां वीरां उत्ते जिन्हां ने तेरे घर की सिक्खी प्रवान की है और तेरियां सवावां तेरे घर का एक एक शब्द संगत तक पहुँचा रहे ने। इन्हां दा कारोबार एडा वड्डा होवे, ये इस तरह तेरे घर नाल जुड़े रहन, इन्हां उत्ते बरकत बनाई रखी। महापुरखां दी असी की अरदास करते हैं, एक बार सारी संगत बाबा जी होना वास्ते, कार सेवा वाले महापुरखां वास्ते अरदास करिए। सतगुर दे हजूर आखो नानक नाम चढ़दी कला, तेरे भाने सरबत दा भला। सवावां करते रहन बाबा जोगा सिंह जी होनी, सारी संपरदा और इस तरह मेले लगते रहन, दिन मनाउंदे रहिए। जिहड़ा खालसे दा साल है वो अज तो शुरू है नानकशाही कैलेंडर के मुताबिक। मन्नू प्रोडक्शन गुरबानी चैनल वाले ये साडे वीर ने जेड़े लाइव चला रहे ने, इन्हां दा भी भाई धन्नवाद है। जेड़े तुसी इत्थे बैठे हो ये तो सुन ही रहे हो, सरवण कर ही रहे हो। देश विदेशों विच अमेरिका, कनेडा, इंग्लैंड, न्यूजीलैंड, हालैंड सारे देशों विच ये भेज रहे ने। जिथे जिथे भी गुरु नानक दा सिख बैठा उठे उठे ये तुहाडियां चेहरे, तुहाडियां सेवावां, तुहाडे लंगर जोड़े वाले जेड़े सेवादार ने सारियां दियां तस्वीरां उन्हां तक पहुँच रही ने। जेड़े 7 समुंदरां तो पार साडे बच्चे, साडे वीर बजुर्ग बाबे बैठे हैं, सारे ही वेख रहे हैं। इस वीर दा धन्नवाद। किसानी संघर्ष जेड़ा चल रहा वीरो, ਉਹਦੇ ਵਿੱਚ ਵੱਧ ਚੜ ਕੇ योगदान पाइए, तगड़े होके पाइए। वो एक दी लड़ाई नहीं, साडी सारियां दी लड़ाई है। उन्हां सूरमियां, उन्हां योधियां, उन्हां छोटे छोटे बच्चियां, नौजवानां, बजुर्ग धीआं ते भैणां, बजुर्ग बाबियां दी ते उन्हां आगूआं दी चढ़दी कला वास्ते एक जंकारा गजा के फिर मैं फतेह करा, क्योंकि उन्हां दी जिहड़ी चढ़दी कला सानू अरदास करनी पएगी। वध तो वध उत्थे पहुंचो। साडे भी माझे विचों पंजाब विचों वहीरा घट के तुहाडे सहयोग दे नाल ओ वीरो मन खुश होया है, तुसा सहयोग कीता है, असी भी आए हैं, तुसी भी उत्थे पहुंचे हो। सारे पहुंचिए वध तो वध। जदों सेवा लगे, ड्यूटी लगे, घर दे काम चलते ही रहने हैं। ये चलते तां ही रहने हैं जे देश बचेगा, धरती बचेगी,
ਸਾਡਾ ਮਾਣ ਬਚੇਗਾ ਤਾਂ ਹੀ ਸਭ ਕੰਮ ਚੱਲਣਗੇ, ਨਹੀਂ ਤੇ ਸਾਰੇ ਹੀ ਮਜ਼ਦੂਰ ਹੋ ਜਾਵਾਂਗੇ। ਵੱਧ ਤੋਂ ਵੱਧ ਇਸ ਸੰਘਰਸ਼ ਦਾ ਯੋਗਦਾਨ ਪਾਈਏ, ਤਗੜੇ ਹੋ ਕੇ ਹੰਬਲਾ ਮਾਰੀਏ। ਆਓ ਉਹਨਾਂ ਸੂਰਮਿਆਂ ਵਾਸਤੇ ਇੱਕ ਜੰਕਾਰਾ ਗਜਾਈਏ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਧੰਨਵਾਦ। ਆਉਣ ਵਾਲਿਆਂ ਨੇ ਜੀਉ ਆਇਆ, ਮੇਰੀਆਂ ਭੁੱਲਾਂ ਨਾ ਚਤਾਰਿਓ ਜੇ। ਅੰਗਰੇਜ਼ ਸਿੰਘ ਦੁੱਬਲੀ ਗਿੱਲ ਸਾਹਿਬ, ਸਿਕੰਦਰ ਸਿੰਘ ਗਾਜੀਵਾਲ, ਦਾਸ ਗੁਰਿੰਦਰਪਾਲ ਸਿੰਘ ਬੈਂਕਾ, ਸ਼੍ਰੋਮਣੀ ਕਵੀਸ਼ਰ ਗਿਆਨੀ ਬਲਦੇਵ ਸਿੰਘ ਜੀ ਬੈਂਕਾ, ਉਹਨਾਂ ਦੇ ਨਾਮ ਉੱਤੇ ਜਥਾ ਚੱਲਦਾ। ਐਡਰੈਸ ਕਾਰਡ ਲੈਣੇ ਹੋਣ ਤੇ ਇਹਨਾਂ ਵੀਰਾਂ ਕੋਲੋਂ ਲੈ ਲਿਓ। ਬੁਲਾਓ ਫਤਿਹ, ਹੁਣ ਫਤਿਹ ਚੜ੍ਹਦੀ ਕਲਾ ਨਾਲ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।